ਕਿਸਾਨ ਜਥੇਬੰਦੀ ਕੇਂਦਰ ਦੇ ਮੰਤਰੀਆਂ ਵਿਚਕਾਰ ਜਿਹੜੀ ਮੀਟਿੰਗ ਹੋਈ ਹੈ ਨਵੇਂ ਖੇਤੀ ਕਾਨੂੰਨਾਂ ਦੇ ਮੁੱਦੇ ਤੇ ਲੈ ਕੇ, ਉਹ ਮੀਟਿੰਗ ਬੇਸਿੱਟਾ ਰਹੀ ਹੈ। ਪ੍ਰਧਾਨ ਮੰਤਰੀ ਤੋਂ ਲੈ ਕੇ ਮੰਤਰੀਆਂ ਤੱਕ ਸਾਰੇ ਇੱਕੋ ਗੱਲ ਬਾਰ-ਬਾਰ ਕਹਿ ਰਹੇ ਨੇ ਕਿ ਅਸੀਂ ਕਿਸੇ ਵੀ ਤਰ੍ਹਾਂ ਇਹ ਕਾਨੂੰਨ ਵਾਪਸ ਨਹੀਂ ਲੈਣੇ। ਤਿੰਨੇ ਕਾਨੂੰਨ ਜੋ ਖੇਤੀ ਦੇ ਪਾਸ ਕੀਤੇ ਗਏ ਨੇ, ਸਾਰਾ ਪੰਜਾਬ ਨਹੀਂ ਹੁਣ ਤਾਂ ਸਾਰਾ ਦੇਸ਼ ਜਿਹੜਾ ਹੈਗਾ ਉਹ ਸਾਰੇ ਕਿਸਾਨ ਇਸ ਗੱਲ ਨੂੰ ਜਿਹੜੇ ਹੈਗੇ ਨੇ ਇੱਕ ਮਤ ਨੇ ਕਿ ਇਹ ਕਿਸਾਨ ਜਿਹੜੇ ਤਿੰਨੇ ਕਾਨੂੰਨ ਨੇ, ਕਾਲੇ ਕਾਨੂੰਨ ਨੇ, ਖੇਤੀ ਮਾਰੂ ਕਾਨੂੰਨ ਨੇ, ਕਿਸਾਨ ਮਾਰੂ ਕਾਨੂੰਨ ਨੇ। ਤੇ ਅਗਲਾ ਮੈਨੂੰ ਇਹ ਲੱਗਦਾ ਹੈ ਕਿ ਹੁਣ ਕਿਸੇ ਨਾ ਕਿਸੇ ਤਰ੍ਹਾਂ ਸਰਕਾਰ ਹੱਥਕੰਡੇ ਤਾਂ ਪਹਿਲਾਂ ਹੀ ਅਪਣਾ ਰਹੀ ਹੈਗੀ ਹੈ ਤੇ ਹੋਰ ਉਹ ਆਪਣੀਆਂ ਕਾਰਵਾਈਆਂ ਤੇਜ਼ ਕਰ ਦੇਣਗੇ ਕਿ ਵੀ ਕਿਸੇ ਨਾ ਕਿਸੇ ਸੰਘਰਸ਼ ਨੂੰ ਜਿਹੜਾ ਹੈਗਾ ਇਹਨੂੰ ਜਿਹੜਾ ਫੇਲ ਕੀਤਾ ਜਾਵੇ ਕਿਸੇ ਨਾ ਕਿਸੇ ਤਰ੍ਹਾਂ। ਬਹੁਤ ਵੱਡੀ ਗੱਲ ਜਿਹੜੀ ਇਸ ਵੇਲੇ ਸਾਡੇ ਸਾਹਮਣੇ ਹੈ, ਕੇਂਦਰ ਦੇ ਮੰਤਰੀਆਂ ਤੇ ਕਿਸਾਨ ਜਥੇਬੰਦੀਆਂ ਵਿਚਕਾਰ ਜਿਹੜੀ ਮੀਟਿੰਗ ਹੋਈ ਹੈ ਉਹ ਬੇਸਿੱਟਾ ਰਹੀ ਹੈ। ਜਿੱਦਾਂ ਸਵੈਜ ਜੀ ਨੇ ਕਿਹਾ ਕਿ ਸਾਡੇ ਸਾਰਿਆਂ ਦੇ ਲਈ ਬਹੁਤ ਵੱਡੀ ਚਿੰਤਾ ਦਾ ਮਾਮਲਾ ਹੈ। ਟਕਰਾਅ ਵਾਲੇ ਪਾਸੇ ਵੱਲ ਨੂੰ ਵਧਣ ਦੇ ਹਾਲਾਤ ਬਣ ਰਹੇ ਹੈ। ਜਿਹੜੀ ਅੱਜ ਬੇਸਿੱਟਾ ਰਹੀ ਹੈ ਮੀਟਿੰਗ, ਇਹਦਾ ਨਤੀਜਾ ਉਵੇਂ ਦਾ ਹੀ ਆਇਆ ਜਿਵੇਂ ਦਾ ਕਿ ਉਮੀਦ ਕੀਤੀ ਜਾ ਰਹੀ ਸੀ। ਜਦ ਕਿ ਜਿਹੜੇ ਕਿਸਾਨ ਜਿਹੜੇ ਹੈ ਉਹ ਬਿਲਕੁਲ ਆਪਣੀਆਂ ਜਾਇਜ਼ ਮੰਗਾਂ ਦੇ ਲਈ ਲੱਖਾਂ ਦੀ ਤਾਦਾਦ ਦੇ ਵਿੱਚ ਪੂਰੇ ਹਿੰਦੁਸਤਾਨ ਤੋਂ ਆ ਕੇ ਉਹਨਾਂ ਨੇ ਦਿੱਲੀ ਡੇਰੇ ਲਾਏ ਹੋਏ ਆ। ਨਜ਼ਰੀਆ ਦੀ ਡਿਬੇਟ ਜਗਤਾਰ ਸਿੰਘ ਸਿੱਧੂ ਨੂੰ ਦਰਸ਼ਕਾਂ ਦਾ ਸਵਾਗਤ। ਕੇਂਦਰ ਦੇ ਖੇਤੀ ਕਾਨੂੰਨਾਂ ਵਿਰੁੱਧ ਪੰਜਾਬ ਸਮੇਤ ਦੇਸ਼ ਦੇ ਕਿਸਾਨ ਵੱਖ-ਵੱਖ ਕਿਸਾਨ ਜਥੇਬੰਦੀਆਂ ਸੰਘਰਸ਼ ਦੇ ਰਾਹ ਤੇ ਹੈ। ਇਸ ਵੇਲੇ ਜਦੋਂ ਲੱਖਾਂ ਦੀ ਗਿਣਤੀ 'ਚ ਕਿਸਾਨ ਦਿੱਲੀ ਬਾਰਡਰ ਦੇ ਉੱਤੇ ਪਹੁੰਚਿਆ ਹੋਇਆ ਤਾਂ ਕੇਂਦਰ ਦੇ ਮੰਤਰੀਆਂ ਨਾਲ ਕਿਸਾਨ ਜਥੇਬੰਦੀਆਂ ਦੀ ਜਿਹੜੀ ਹੁਣੇ ਮੀਟਿੰਗ ਖਤਮ ਹੋਈ ਹੈ, ਉਹ ਮੀਟਿੰਗ ਬੇਸਿੱਟਾ ਰਹੀ ਹੈ। ਬਹੁਤ ਵੱਡਾ ਸਵਾਲੀਆ ਨਿਸ਼ਾਨ ਇਸ ਮੁੱਦੇ ਤੇ ਖੜਾ ਹੈ। ਪਿਛਲੇ ਕਈ ਦਿਨਾਂ ਤੋਂ ਜਿਹੜੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸੀ ਕਿ ਕੇਂਦਰ ਤੇ ਕਿਸਾਨ ਜਥੇਬੰਦੀਆਂ ਵਿਚਕਾਰ ਕਿਸੇ ਮੁੱਦੇ ਤੇ ਸਹਿਮਤੀ ਹੋਣੀ ਚਾਹੀਦੀ ਹੈ। ਮਾਮਲਾ ਤਾਂ ਕੇਵਲ ਦੋ ਟੋਕਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਲੈ ਕੇ ਭਾਜਪਾ ਦੇ ਹੇਠਲੇ ਆਗੂਆਂ ਤੱਕ ਇਹ ਆਖ ਰਹੇ ਹੈ ਕਿ ਖੇਤੀ ਸੰਬੰਧੀ ਨਵੇਂ ਕਾਨੂੰਨ ਫਾਇਦੇਮੰਦ ਨੇ ਪਰ ਉਹ ਗੱਲਬਾਤ ਕਰਨ ਲਈ ਤਿਆਰ ਹੈ, ਜਦੋਂ ਕਿ ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਖੇਤੀ ਕਾਨੂੰਨ ਰੱਦ ਕਰਵਾਏ ਬਗੈਰ ਹੋਰ ਕੋਈ ਰਸਤਾ ਨਹੀਂ। ਕਿਸਾਨਾਂ ਨੂੰ ਇੱਕ ਗੱਲ ਬੜੀ ਸਾਫ਼ ਹੈ ਕਿ ਜਦੋਂ ਮਾਂ ਵਰਗੀ ਜ਼ਮੀਨ ਖੋਈ ਜਾ ਰਹੀ ਹੈ ਤਾਂ ਘਰਾਂ 'ਚ ਬੈਠ ਕੇ ਕੀ ਕਰਨਾ ਹੈ। ਸ਼ਾਇਦ ਇਸੇ ਲਈ ਲੱਖਾਂ ਕਿਸਾਨ ਇੱਕ ਸੰਘਰਸ਼ ਦੇ ਰੌਹ ਦੇ ਨਾਲ ਇਸ ਵੇਲੇ ਦਿੱਲੀ ਦੇ ਬਾਰਡਰ ਤੇ ਬੈਠੇ ਹੈ। ਇਹਨਾਂ ਮੁੱਦਿਆਂ ਤੇ ਮੇਰੇ ਨਾਲ ਚਰਚਾ 'ਚ ਪੈਨਲ ਤੇ ਸਾਡੇ ਨਾਲ ਜਿਹੜੇ ਕੱਦਾਵਾਰ ਮਹਿਮਾਨ ਜੁੜ ਚੁੱਕੇ ਨੇ। ਸੁਰਜੀਤ ਸਿੰਘ ਸਵੈਜ ਜੀ ਕਾਂਗਰਸ ਪਾਰਟੀ ਦੇ ਬੁਲਾਰੇ ਨੇ, ਰਜਿੰਦਰ ਦੀਪਾ ਜੀ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਨੇ, ਨੀਲ ਗਰਗ ਆਮ ਆਦਮੀ ਪਾਰਟੀ ਦੇ ਬੁਲਾਰੇ। ਤਿੰਨੇ ਮੈਂ ਆਪਣੇ ਮਹਿਮਾਨਾਂ ਨੂੰ ਮੇਰੀ ਬੇਨਤੀ ਪ੍ਰਵਾਨ ਕਰਕੇ ਚੈਨਲ ਤੇ ਆਉਣ ਲਈ ਜੀ ਆਖਦਾ, ਵੈਲਕਮ ਕਰਦਾ। ਸਵੈਜ ਜੀ, ਪਹਿਲਾ ਸਵਾਲ ਤੁਹਾਡੇ ਤੋਂ ਲੈ, ਜਿਸ ਮੁੱਦੇ ਤੇ ਆਪਾਂ ਡਿਬੇਟ ਕਰ ਰਹੇ ਹਾਂ ਤਾਂ ਹੁਣੇ ਜਿਹੜਾ ਕਿਸਾਨ ਜਥੇਬੰਦੀ ਕੇਂਦਰ ਦੇ ਮੰਤਰੀਆਂ ਵਿਚਕਾਰ ਜਿਹੜੀ ਮੀਟਿੰਗ ਹੋਈ ਹੈ ਨਵੇਂ ਖੇਤੀ ਕਾਨੂੰਨਾਂ ਦੇ ਮੁੱਦੇ ਤੇ ਲੈ ਕੇ, ਉਹ ਮੀਟਿੰਗ ਬੇਸਿੱਟਾ ਰਹੀ ਹੈ। ਕੇਂਦਰ ਦੇ ਰਵੱਈਏ ਨੂੰ ਕਿਵੇਂ ਦੇਖੋਗੇ ਸਵੈਜ ਜੀ? ਸਿੱਧੂ ਸਾਹਿਬ, ਇਹ ਗੱਲ ਮੰਦਭਾਗੀ ਤਾਂ ਹੈਗੀ ਹੈ, ਲੇਕਿਨ ਮੈਨੂੰ ਤਾਂ ਚਿੰਤਾ ਬਹੁਤ ਹੋ ਰਹੀ ਆ। ਚਿੰਤਾ ਇਸ ਕਰਕੇ ਹੈਗੀ ਹੈ ਕਿ ਸਰਕਾਰ ਨੇ ਜੋ ਰਵੱਈਆ ਅਪਣਾਇਆ ਹੋਇਆ ਹੈ, ਪ੍ਰਧਾਨ ਮੰਤਰੀ ਤੋਂ ਲੈ ਕੇ ਮੰਤਰੀਆਂ ਤੱਕ ਸਾਰੇ ਇੱਕੋ ਗੱਲ ਬਾਰ-ਬਾਰ ਕਹਿ ਰਹੇ ਨੇ ਕਿ ਅਸੀਂ ਕਿਸੇ ਵੀ ਤਰ੍ਹਾਂ ਇਹ ਕਾਨੂੰਨ ਵਾਪਸ ਨਹੀਂ ਲੈਣੇ। ਤਿੰਨੇ ਕਾਨੂੰਨ ਜੋ ਖੇਤੀ ਦੇ ਪਾਸ ਕੀਤੇ ਗਏ ਨੇ, ਤੇ ਜੋ ਸਾਰਾ ਪੰਜਾਬ ਨਹੀਂ ਹੁਣ ਤਾਂ ਸਾਰਾ ਦੇਸ਼ ਜਿਹੜਾ ਹੈਗਾ ਉਹ ਸਾਰੇ ਕਿਸਾਨ ਇਸ ਗੱਲ ਨੂੰ ਜਿਹੜੇ ਹੈਗੇ ਨੇ ਇੱਕ ਮਤ ਨੇ ਕਿ ਇਹ ਕਿਸਾਨ ਜਿਹੜੇ ਤਿੰਨੇ ਕਾਨੂੰਨ ਨੇ, ਕਾਲੇ ਕਾਨੂੰਨ ਨੇ, ਖੇਤੀ ਮਾਰੂ ਕਾਨੂੰਨ ਨੇ, ਕਿਸਾਨ ਮਾਰੂ ਕਾਨੂੰਨ ਨੇ। ਤੇ ਜਿੰਨੀ ਗਿਣਤੀ ਦੇ ਵਿੱਚ ਅੱਜ ਦਿੱਲੀ ਕਿਸਾਨ ਬੈਠੇ ਨੇ ਜੀ, ਉਹ ਇਕੱਲੇ ਪੰਜਾਬ ਦੇ ਕਿਸਾਨ ਨਹੀਂ, ਉਹ ਹਰਿਆਣਾ ਦੇ ਕਿਸਾਨ ਨੇ, ਯੂਪੀ ਦੇ ਕਿਸਾਨ ਨੇ, ਰਾਜਸਥਾਨ ਦੇ ਕਿਸਾਨ ਨੇ, ਮੱਧ ਪ੍ਰਦੇਸ਼ ਦੇ ਕਿਸਾਨ ਨੇ ਤੇ ਹੋਰ ਕਈ ਉੱਤਰਾਖੰਡ ਦੇ ਕਿਸਾਨ ਨੇ, ਹੋਰ ਕਈ ਜਿਹੜੇ ਸੂਬਿਆਂ ਤੋਂ ਆ ਕੇ ਉੱਤੇ ਬੈਠੇ ਨੇ। ਤੇ ਇੱਕੋ ਮੰਗ ਹੈਗੀ ਉਹਨਾਂ ਸਾਰਿਆਂ ਦੀ ਕਿ ਖੇਤੀ ਕਾਨੂੰਨ ਜਿਹੜੇ ਹੈਗੇ ਇਹ ਬਣਾਏ, ਇਹ ਵਾਪਸ ਲਏ ਜਾਣ। ਇਹਨਾਂ ਹਾਲਾਤਾਂ ਦੇ ਵਿੱਚ ਅਗਰ ਸਰਕਾਰ ਦਾ ਰਵੱਈਆ ਇੰਨਾ ਸਖਤ ਰਹਿੰਦਾ ਹੈ
ਇੱਕ ਚੁਣੀ ਹੋਈ ਸਰਕਾਰ ਜਿਹੜੀ ਹੈਗੀ ਹੈ, ਡੈਮੋਕ੍ਰੈਟਿਕ ਗਵਰਨਮੈਂਟ ਹੈਗੀ ਹੈ, ਉਹਨਾਂ ਦਾ ਇੰਨਾ ਸਖਤ ਰਵੱਈਆ ਕਿ ਉਹ ਕਿਸੇ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਜੇ। ਸੋ ਇਹ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹੈ। ਤੇ ਅਗਲਾ ਮੈਨੂੰ ਇਹ ਲੱਗਦਾ ਹੈ ਕਿ ਹੁਣ ਕਿਸੇ ਨਾ ਕਿਸੇ ਤਰ੍ਹਾਂ ਸਰਕਾਰ ਹੱਥਕੰਡੇ ਤਾਂ ਪਹਿਲਾਂ ਹੀ ਅਪਣਾ ਰਹੀ ਹੈਗੀ ਹੈ, ਤੇ ਹੋਰ ਉਹ ਆਪਣੀਆਂ ਕਾਰਵਾਈਆਂ ਤੇਜ਼ ਕਰ ਦੇਣਗੇ ਕਿ ਵੀ ਕਿਸੇ ਨਾ ਕਿਸੇ ਸੰਘਰਸ਼ ਨੂੰ ਜਿਹੜਾ ਹੈਗਾ, ਇਹਨੂੰ ਜਿਹੜਾ ਫੇਲ ਕੀਤਾ ਜਾਵੇ ਕਿਸੇ ਨਾ ਕਿਸੇ ਤਰ੍ਹਾਂ। ਜਿਵੇਂ ਗੱਲਾਂ ਬਾਰ-ਬਾਰ ਆ ਰਹੀਆਂ ਨੇ, ਇੱਕ ਛੋਟੀ ਜਿਹੀ ਗੱਲ ਕਿਸੇ ਨੇ ਵਿੱਚੋਂ ਕਰਤੀ ਤੇ ਉਹ ਖਾਲਿਸਤਾਨ ਦਾ ਮੁੱਦਾ ਬਣਾ ਕੇ ਪੇਸ਼ ਕੀਤਾ ਜਾ ਰਿਹਾ। ਨੈਸ਼ਨਲ ਜਿਹੜੇ ਗੋਦੀ ਮੀਡੀਆ ਜਿਹਨੂੰ ਕਹਿੰਦੇ ਨੇ, ਮੋਦੀ ਮੀਡੀਆ ਕਹਿੰਦੇ ਨੇ, ਉਸੇ ਗੱਲ ਨੂੰ ਬਾਰ-ਬਾਰ ਰਿਪੀਟ। ਅਗਰ ਤੁਸੀਂ ਦੇਖੋਗੇ ਜੀ ਨਿਊਜ਼ ਚੈਨਲ ਹੈ, ਮੈਂ ਨਾ ਹੀ ਲੈ ਦਿੰਦਾ, ਅੱਜ ਤੱਕ 2 ਹੋਰ ਚੈਨਲ ਇੱਦਾਂ ਦੇ ਨੇ, ਉਹ ਸਾਰੇ ਇਸ ਜਿਹੜਾ ਸੰਘਰਸ਼ ਅੰਦੋਲਨ ਨੂੰ ਦਿੱਲੀ ਬੈਠੇ ਨੇ ਉਹਨੂੰ ਇਸ ਤਰ੍ਹਾਂ ਪੋਰਟਰੇਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਵੀ ਇਹ ਤਾਂ ਦੇਖੋ ਜੀ ਖਾਲਿਸਤਾਨੀ ਹੈਗੇ, ਇਹ ਆਤੰਕਵਾਦੀ ਨੇ, ਇਹ ਕਿਸਾਨ ਨਹੀਂ ਜੇ। ਇਹਨਾਂ ਨੂੰ ਮਤਲਬ ਕਿਸ ਤਰ੍ਹਾਂ ਬਦਨਾਮ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਨੈਸ਼ਨਲ ਮੀਡੀਆ ਦੇ ਵਿੱਚ। ਇਹ ਬਹੁਤ ਇੱਕ ਸ਼ਰਮਨਾਕ ਗੱਲ ਹੈਗੀ ਹੈ। ਮੋਦੀ ਸਰਕਾਰ ਇਹ ਨਹੀਂ ਸਮਝ ਰਹੀ ਕਿ ਅਗਰ ਅਸੀਂ ਗੱਲ ਨਹੀਂ ਸੁਣਾਂਗੇ, ਇਸ ਮਸਲੇ ਦਾ ਹੱਲ ਨਹੀਂ ਕੱਢਾਂਗੇ, ਤਾਂ ਹਾਲਾਤ ਜਿਹੜੇ ਹੈਗੇ ਨੇ ਉਹ ਸੁਖਾਵੇਂ ਨਹੀਂ ਹੋਣਗੇ, ਇਕੱਲੇ ਪੰਜਾਬ ਵਾਸਤੇ ਨਹੀਂ, ਪੂਰੇ ਦੇਸ਼ ਵਾਸਤੇ ਜੀ। ਤੋ ਹਜੇ ਵੀ ਮੌਕਾ ਜਿਹੜਾ ਹੈਗਾ ਉਹਨਾਂ ਨੂੰ ਗਵਾਉਣਾ ਨਹੀਂ ਚਾਹੀਦਾ। ਮਾਮਲਾ ਹੈ, ਬਹੁਤ ਡੂੰਘੀ ਚਿੰਤਾ ਦਾ ਮਸਲਾ ਹੈ ਜੀ, ਬਹੁਤ ਡੂੰਘੀ ਚਿੰਤਾ, ਕਿਉਂਕਿ ਇਦਾਂ ਦਾ ਜਿਹੜਾ ਹਾਲਾਤ, ਟਕਰਾਓ ਜਿਹੜਾ ਹੈਗਾ, ਟਕਰਾਓ ਵੱਧਦਾ ਜਾ ਰਿਹਾ ਹੈ, ਟਕਰਾਓ ਵੱਧਦਾ ਜਾ ਰਿਹਾ ਹੈ। ਇਸ ਟਕਰਾਓ ਦੇ ਸਿੱਟੇ ਜਿਹੜੇ ਹੈਗੇ ਨੇ ਉਹ ਠੀਕ ਨਹੀਂ ਨਿਕਲਣਗੇ। ਤੋ ਲੋਕਾਂ ਦਾ ਹੱਕ ਬਣਦਾ ਹੈ ਮੁਜ਼ਾਹਰੇ ਕਰਨ ਦਾ, ਧਰਨੇ ਦੇਣ ਦਾ, ਵਾਪਸ ਆਵਾਂਗਾ ਇਹਨਾਂ ਮੁੱਦਿਆਂ ਤੇ, ਲੇਕਿਨ ਸਰਕਾਰਾਂ ਇਦਾਂ ਨਹੀਂ ਕਰਦੀਆਂ ਹੁੰਦੀਆਂ। ਸਰਕਾਰ ਨੂੰ ਸੰਜੀਦਗੀ ਨਾਲ ਜਿੰਨੀ ਜਲਦੀ ਹੋ ਸਕੇ ਮਸਲਾ ਹੱਲ ਕਰਨਾ ਚਾਹੀਦਾ ਹੈ। ਇਹ ਮੋਦੀ ਸਰਕਾਰ ਨੂੰ ਆਪਣੀ ਜਿਹੜੀ ਹੈਗੀ ਹੈ ਇਸ ਨੂੰ ਇੱਕ ਪ੍ਰੈਸਟੀਜ ਇਸ਼ੂ ਨਹੀਂ ਬਣਾਉਣਾ ਚਾਹੀਦਾ। ਉਹਨਾਂ ਨੇ ਪ੍ਰੈਸਟੀਜ ਇਸ਼ੂ ਬਣਾ ਲਿਆ ਹੈ ਕਿ ਅਗਰ ਅਸੀਂ ਮੰਨ ਲਾਂਗੇ ਇਹਨਾਂ ਦੀ ਮੰਗ, ਸ਼ਾਇਦ ਸਾਡੀ ਹੇਠੀ ਹੋ ਜਾਏਗੀ। ਸਰਕਾਰਾਂ ਦੀ ਹੇਠੀ ਨਹੀਂ ਹੁੰਦੀ, ਸਰਕਾਰ ਲੋਕਾਂ ਦੀ ਮਾਂ ਹੁੰਦੀ ਆ। ਜੀ 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 ਜੀ, ਥੈਂਕ ਯੂ वेरी मच। मैं सुहेल जी वापस आना थोड़े वाले से मुद्दे ते। थैंक यू वेरी मच गर्ग साहब। बहुत वड्डी गल जिहड़ी इस वेले साडे सामने है, केंद्र के मंत्रियों ते किसान जथेबंदियों विचकार जिहड़ी मीटिंग हुई है वो बेसिटा रही है। जिद्दां सुहेल जी ने कहा कि साडे सारिਆਂ ਦੇ ਲਈ बहुत वड्डी चिंता का मामला है, टकराव वाले पासे वाल नूं ਵਧਣ ਦੇ ਹਾਲਾਤ बन रहे हैं। गर्ग साहब देखो सिद्धू साहब, ਜਿਹੜੀ ਅੱਜ ਬੇਸਿੱਟਾ ਰਹੀ ਹੈ ਮੀਟਿੰਗ, ਇਹਦਾ ਨਤੀਜਾ ਉਵੇਂ ਦਾ ਹੀ ਆਇਆ ਜਿਵੇਂ ਦਾ ਕਿ ਉਮੀਦ ਕੀਤੀ ਜਾ ਰਹੀ ਸੀ। ਕਿਉਂਕਿ ਅਸੀਂ ਲਗਾਤਾਰ ਦੇਖ ਰਹੇ ਹਾਂ ਕਿ ਬੀਜੇਪੀ ਦੇ ਜਿਹੜੇ ਛੋਟੇ ਤੋਂ ਲੈ ਕੇ ਵੱਡਾ ਲੀਡਰ ਜਿਸ ਤਰੀਕੇ ਦੇ ਲਗਾਤਾਰ ਬਿਆਨ ਦੇ ਰਹੇ ਹੋ, ਚਾਹੇ ਕੱਲ ਪ੍ਰਧਾਨ ਮੰਤਰੀ ਸਾਹਿਬ ਨੇ ਵਾਰਾਣਸੀ ਦੇ ਵਿੱਚ ਬਿਆਨ ਦਿੱਤੇ, ਜਾਂ ਅੱਜ ਤੁਸੀਂ ਦੇਖੋਗੇ ਇਹਨਾਂ ਦੇ ਕਈ ਜਿਹੜੇ ਹੈਗੇ ਐਮਪੀਜ਼, ਇਵਨ ਇੱਕ ਪੰਜਾਬ ਦੇ ਵਿੱਚ ਇਹਨਾਂ ਦੇ ਐਮਪੀ ਜਿਹੜੇ ਪੰਜਾਬ ਦੇ ਇੰਚਾਰਜ ਵੀ ਲਗਾਏ ਹੋਏ ਆ, ਉਹਨਾਂ ਨੇ ਜੋ ਬਿਆਨ ਦਿੱਤੇ ਉਸ ਤੋਂ ਉਮੀਦ ਇਹੀ ਲੱਗ ਰਹੀ ਸੀ ਕਿ ਇਹ ਜਿਹੜੀ ਮੀਟਿੰਗ ਦਾ ਕੋਈ ਨਤੀਜਾ ਨਹੀਂ ਨਿਕਲੇਗਾ। ਜਦ ਕਿ ਜਿਹੜੇ ਕਿਸਾਨ ਜਿਹੜੇ ਹੈ ਉਹ ਬਿਲਕੁਲ ਆਪਣੀਆਂ ਜਾਇਜ਼ ਮੰਗਾਂ ਦੇ ਲਈ ਲੱਖਾਂ ਦੀ ਤਾਦਾਦ ਦੇ ਵਿੱਚ ਪੂਰੇ ਹਿੰਦੁਸਤਾਨ ਤੋਂ ਆ ਕੇ ਉਹਨਾਂ ਨੇ ਦਿੱਲੀ ਡੇਰੇ ਲਾਏ ਹੋਏ ਆ। ਅਦਰਵਾਈਜ਼ ਇਹੋ ਜਿਹੇ ਮੌਸਮ ਦੇ ਵਿੱਚ ਜਦੋਂ ਇੰਨੀ ਠੰਡ ਹੋਵੇ, ਉੱਥੇ ਕਿਹਦਾ ਦਿਲ ਕਰਦਾ ਹੈਗਾ ਕਿ ਅਸਮਾਨ ਦੇ ਥੱਲੇ ਜਾਣੀ ਕਿ ਰੜੇ ਮੈਦਾਨ ਦੇ ਵਿੱਚ ਸੋਵੇ ਤੇ ਉਹ ਧਰਨੇ ਲਗਾਵੇ। ਤੇ ਇਹ ਜਿਹੜੀ ਬੀਜੇਪੀ ਦੀ ਸਰਕਾਰ ਹੈਗੀ ਹੈ, ਇਹ ਕੋਈ ਸੰਜੀਦਾ ਸਰਕਾਰ ਨਹੀਂ ਹੈ, ਨਾ ਹੀ ਇਹਦਾ ਕੋਈ ਜਿਹੜਾ ਕਾਰ ਵਿਵਹਾਰ ਹੈਗਾ ਉਹ ਇੱਕ ਲੋਕਤੰਤਰ ਦੇ ਵਿੱਚ ਚੁਣੀ ਹੋਈ ਸਰਕਾਰ ਵਾਲਾ ਹੈਗਾ। ਇਹ ਤਾਂ ਇੱਕ ਬਿਲਕੁਲ ਡਿਕਟੇਟਰਸ਼ਾਹੀ ਦੇ ਤੌਰ ਤੇ ਚੱਲ ਰਹੀ ਹੈ। ਅਸੀਂ ਤੇ 2019 ਦੇ ਇਲੈਕਸ਼ਨ ਤੋਂ ਪਹਿਲਾਂ ਵੀ ਆਖਿਆ ਸੀ, ਅਸੀਂ ਬਹੁਤ ਜ਼ੋਰ ਸ਼ੋਰ ਨਾਲ ਇਹ ਗੱਲ ਆਖੀ ਸੀ ਕਿ 2019 ਦੇ ਚੋਣਾਂ ਦੇ ਵਿੱਚ ਅਮਿਤ ਸ਼ਾਹ ਤੇ ਮੋਦੀ ਦੀ ਜੋੜੀ ਆ ਜਾਂਦੀ ਹੈ ਤਾਂ ਸਾਡੇ ਸੰਵਿਧਾਨ ਨੂੰ ਖਤਰਾ ਹੈਗਾ, ਸਾਡੇ ਮੁਲਕ ਦੀ ਸਦਭਾਵਨਾ ਨੂੰ ਖਤਰਾ ਹੈਗਾ। ਉਹ ਦੋਨੇ ਚੀਜ਼ਾਂ ਹੁਣ ਹੋ ਰਹੀਆਂ ਨੇ, ਚਾਹੇ ਉਹ ਪਹਿਲਾਂ ਸੀਏਬੀ ਦਾ ਮਸਲਾ ਹੈਗਾ ਸੀ, ਨਾਗਰਿਕਤਾ ਕਾਨੂੰਨ ਦੀ ਗੱਲ ਸੀ, ਚਾਹੇ ਅੱਜ ਖੇਤੀ ਬਿੱਲਾਂ ਦੀ ਗੱਲ ਹੈਗੀ ਆ। ਹਰ ਚੀਜ਼ ਜਿਹੜਾ ਹੈਗਾ ਧੌਣ ਤੇ ਗੋਡਾ ਰੱਖ ਕੇ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਲੋਕਤੰਤਰ ਦੇ ਵਿੱਚ ਇਦਾਂ ਚੱਲਦਾ ਨਹੀਂ ਹੈ, ਲੋਕਤੰਤਰ ਦੇ ਵਿੱਚ ਕੋਈ ਚੰਗੀ ਬਿਰਤ ਨਹੀਂ ਹੈਗੀ ਹੈ। ਔਰ ਵੈਸੇ ਵੀ ਇਹ ਸਰਕਾਰ ਦੀ ਜਿਹੜੀ ਮਨਸ਼ਾ ਹੈਗੀ ਹੈ, ਪਹਿਲੇ ਦਿਨ ਤੋਂ ਇਹਨਾਂ ਨੀਅਤ ਕਲੀਅਰ ਹੈ ਤੇ ਨਾ ਹੀ ਨੀਤੀ ਕਲੀਅਰ ਹੈਗੀ ਹੈ। ਜੇਕਰ ਇਹਨਾਂ ਦੀ ਮਨਸ਼ਾ ਕਿਸਾਨਾਂ ਦੀ ਭਲਾਈ ਦੀ ਹੁੰਦੀ, ਜਦ ਕਿ ਇਹ 2014 ਤੋਂ ਲਗਾਤਾਰ ਇਹ ਕਹਿੰਦੇ ਰਹੇ ਨੇ ਕਿ ਅਸੀਂ ਕਿਸਾਨਾਂ ਦੀ ਇਨਕਮ ਦੁੱਗਣੀ ਕਰਾਂਗੇ, ਤਾਂ ਹੁਣ ਤੱਕ ਤੇ ਘੱਟੋ ਘੱਟ 1.5 ਗੁਣਾ ਹੋ ਜਾਣੀ ਚਾਹੀਦੀ ਹੈਗੀ ਸੀ। ਲਗਾਤਾਰ ਜਿਹੜਾ ਮੁਲਕ ਦਾ ਕਿਸਾਨ ਉਹ ਖੁਦਕੁਸ਼ੀਆਂ ਕਰ ਰਿਹਾ ਹੈ। ਇਹ ਖੇਤੀ ਬਿੱਲਾਂ ਤੋਂ ਪਹਿਲਾਂ ਇਹ ਸੇਮ ਜਿਹੜੀ ਹੈ ਬਾਕੀ ਥਾਵਾਂ ਤੇ ਇਹ ਲਾਗੂ ਕਰ ਚੁੱਕੇ ਨੇ। ਜਿੱਥੇ ਬੀਜੇਪੀ ਦੀ ਸਰਕਾਰ ਹੈਗੀ ਉੱਥੇ 10 ਦਿਨ ਕਿੰਨਾ ਕੁ ਭਲਾ ਕਿਸਾਨਾਂ ਦਾ ਹੋ ਗਿਆ। ਜਦੋਂ ਅੱਜ ਤੁਸੀਂ ਹੈਰਾਨਗੀ ਤੋਂ ਉਦੋਂ ਅੱਜ ਟ੍ਰਿਬਿਊਨ ਦੇ ਵਿੱਚ ਬਹੁਤ ਵੱਡੀ ਜਿਹੜੀ ਕਿ ਇੰਟਰਵਿਊ ਛਪੀ ਹੈ, ਬੜੇ ਸੀਨੀਅਰ ਜਰਨਲਿਸਟ ਨੇ ਹਮੀਰ ਸਿੰਘ ਜੀ, ਉਹਨਾਂ ਦੇ ਨਾਲ ਜਿਹੜਾ ਹੈਗਾ ਬਦਰੀ ਇਹਨਾਂ ਦਾ ਨਰਾਇਣ
ਚੌਧਰੀ ਹੈਗੇ ਆ, ਜਿਹੜਾ ਭਾਰਤੀ ਕਿਸਾਨ ਸੰਘ ਦੇ ਜਨਰਲ ਸਕੱਤਰ ਨੇ, ਇਹਨਾਂ ਦੀ ਆਪਣੀ ਜਥੇਬੰਦੀ ਜਿਹੜੀ ਆਰਐਸਐਸ ਦੀ ਤੇ ਬੀਜੇਪੀ ਦੀ ਹੈ, ਜਦੋਂ ਉਹ ਕਹਿ ਰਹੀ ਹੈ ਕਿ ਇਹ ਕਾਨੂੰਨ ਜਿਹੜੇ ਨੇ ਕਿਸਾਨਾਂ ਦੇ ਲਈ ਡੈਥ ਵਾਰੰਟ ਹੈਗਾ, ਉਹ ਵੀ ਨੈਤਿਕ ਤੇ ਸਿਧਾਂਤਕ ਤੌਰ ਤੇ ਦੇ ਪੱਖ ਦੇ ਵਿੱਚ ਨਹੀਂ, ਫਿਰ ਉਹ ਕਿਹੜੇ ਕਿਸਾਨ ਨੇ, ਕਿਹੜੀ ਜਥੇਬੰਦੀ ਹੈ ਜਿਨ੍ਹਾਂ ਦੀ ਇਹ ਗੱਲ ਕਰ ਰਹੇ ਨੇ ਬੀਜੇਪੀ ਵਾਲੇ ਕਿ ਅਸੀਂ ਜਿਹੜਾ ਕਿਸਾਨਾਂ ਦਾ ਭਲਾ ਕਰ ਰਹੇ ਹਾਂ, ਐਸਾ ਭਲਾ ਕਿਹਦੇ ਕਹਿਣ ਤੇ ਇਹ ਕਰ ਰਹੇ ਨੇ? ਸੋ ਐਵੇਂ ਬੇਸਿਕਲੀ ਇਹ ਭਰਮ ਨਾ ਪਾਲਣ। ਅੱਜ ਜਿਹੜਾ ਗੁੰਮਰਾਹ ਲੋਕ ਨਹੀਂ ਹੋ ਰਹੇ, ਨਾ ਹੀ ਗੁੰਮਰਾਹ ਜਿਹੜੇ ਕਿਸਾਨ ਹੋ ਰਹੇ ਨੇ। ਗੁੰਮਰਾਹ ਜੇ ਹੋ ਰਿਹਾ ਤਾਂ ਪ੍ਰਧਾਨ ਮੰਤਰੀ ਮੋਦੀ ਹੋ ਰਿਹਾ, ਗੁੰਮਰਾਹ ਹੋ ਰਿਹਾ ਤਾਂ ਇਹਨਾਂ ਦੀ ਸਰਕਾਰ ਹੋ ਰਹੀ ਹੈ ਕਾਰਪੋਰੇਟ ਦੁਆਰਾ ਜਾਂ ਆਪਣੇ ਆਪ ਦੁਆਰਾ। ਇਹਨਾਂ ਨੂੰ ਸਮਝਣਾ ਚਾਹੀਦਾ ਇਹ ਇਕੱਲੇ ਅਮਾਨੀਆਂ ਡਾਨੀਆਂ ਦੇ ਪ੍ਰਧਾਨ ਮੰਤਰੀ ਨਹੀਂ ਹੈਗੇ, ਇਹ ਪੰਜਾਬ ਹਿੰਦੁਸਤਾਨ ਦੇ ਚੁਣੇ ਹੋਏ 137 ਕਰੋੜ ਲੋਕਾਂ ਦੀ ਨੁਮਾਇੰਦਗੀ ਕਰਦੇ ਆ, ਤੇ ਉਹਨਾਂ ਲੋਕਾਂ ਬਾਰੇ ਸੋਚਣਾ ਚਾਹੀਦਾ ਜਿਨ੍ਹਾਂ ਨੇ ਵੋਟਾਂ ਪਾ ਕੇ ਇਹਨਾਂ ਨੂੰ ਇਸ ਤੇ ਕਾਬੂ ਬਣਾਇਆ। ਜੀ ਗਰਗ ਸਾਹਿਬ, ਇਸ ਮਾਮਲੇ ਤੇ ਮੈਂ ਵਾਪਸ ਆਵਾਂਗਾ ਤੁਹਾਡੇ ਵੱਲ। ਰਜਿੰਦਰਦੀਪ ਜੀ, ਪਹਿਲਾ ਸਵਾਲ ਜਿਹੜਾ ਸਭ ਤੋਂ ਵੱਡਾ ਅਹਿਮ ਮੁੱਦਾ ਜਿਹਦੇ ਤੇ ਆਪਾਂ ਚਰਚਾ ਕਰ ਰਹੇ ਹਾਂ, ਕੇਂਦਰੀ ਮੰਤਰੀਆਂ ਦੇ ਨਾਲ ਜਿਹੜਾ ਜਿਸ ਤਰੀਕੇ ਨਾਲ ਉਹਨਾਂ ਦੀ ਮੀਟਿੰਗ ਹੋਈ ਹੈ ਕਿਸਾਨ ਜਥੇਬੰਦੀਆਂ ਦੀ, ਉਹ ਮੀਟਿੰਗ ਫੇਲ ਹੋ ਗਈ ਹੈ, ਬੇਸਿੱਟਾ ਰਹੀ ਹੈ। ਇਹ ਬੇਸਿੱਟਾ ਕੇਵਲ ਕਹਿਣ ਨੂੰ ਦੋ ਸ਼ਬਦ ਆ, ਪਰ ਸਾਡੇ ਸਾਰਿਆਂ ਦੇ ਲਈ ਬਹੁਤ ਵੱਡੀ ਚਿੰਤਾ ਦਾ ਮਾਮਲਾ ਹੈ। ਜਿਹੜੇ ਕਿਸਾਨ ਪਿਛਲੇ 2 ਮਹੀਨਿਆਂ ਤੋਂ ਵਧੇਰੇ ਸਮੇਂ ਤੋਂ ਮੈਦਾਨ 'ਚ ਇਹਨਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਲੜ ਰਹੇ ਸੀ, ਇੱਕ ਵਾਰ ਫਿਰ ਕੇਂਦਰ ਨੇ ਸਿਗਨਲ ਦਿੱਤਾ ਹੈ ਕਿ ਅਸੀਂ ਆਪਣੀ ਨੀਤੀ ਤੋਂ ਪਿੱਛੇ ਹਟਣ ਲਈ ਤਿਆਰ ਨਹੀਂ। ਜੀ ਦੀਪਾ ਜੀ। हाँ जगतार जी, बिल्कुल ही ठीक किया सारे पैनलिस्ट ने भी कि वाकई चिंता का विषय है कि अज भी जिहड़ी बीजेपी हाई कमांड है किहड़े हंकार दे विच है, अज भी उस पासे कोशिश है कि किवें एजीटेशन नूं, संघर्ष नूं खत्म किया जाए, पोजीशन नूं, सिचुएशन नूं डिफ्यूज किया जाए, डिल्यूट किया जाए। उस पासे ज़्यादा ध्यान है, ना कि जिहड़ा असली मुद्दा है, जिहड़ी ग्राउंड रियलिटीज़ है उस ते कुछ किया जाए। जिवें पता लग्या बेसीटा निकली है और जिवें उत्थे लग्या कि कमेटी उत्थे गल कीती गई जी कमेटी बना दिंदे आ जी, 5-7 तुहाडे भी मैंबर हो जाण, बाकी कोई साडे अफसर हो जाणगे, मंत्री हो जाणगे, वो इस ते बैठ के विचार करन। वो कमेटी बनाने वाले मोदी साहब वो वक्त बहुत पहला निकल गए है। कमेटी उदों बनानी सी जदों तुसीं इस नूं ड्राफ्ट कर रहे सीगे, उदों किसानां नाल बना दे, उदों कोई फैसला हुंदा, अज कोई दिक्कत नहीं आनी सी। हुण वो कमेटी वाला सारा चीज़ खत्म हो गई है। हुण तां सिर्फ ते सिर्फ ये कानून तुसीं काले कानून रद्द करो, रद्द करन तो बाद कमेटी बनाओ, फिर वो कमेटी जिहड़ा फैसला करदी है किस तरह के नवे कानून आने हैं नहीं आने, तां उस बारे तां कमेटी बन सकदी है। तुसीं कहोगे इन्ना बिना रद्द कीते कोई कमेटी बन जे, अज बिल्कुल कमेटी नहीं बननी। बिल्कुल जो किसान जथेबंदियां जो ਲੱਖਾਂ ਦੀ ਤਾਦਾਦ ਦੇ ਵਿੱਚ ਪੰਜਾਬ ਦੇ ਵਿੱਚੋਂ ਤੇ ਹਜ਼ਾਰਾਂ ਦੀ ਤਾਦਾਦ ਦੇ ਵਿੱਚੋਂ ਦੂਜੀਆਂ ਸਟੇਟਾਂ ਤੋਂ ਅੱਜ ਜਿਹੜਾ ਕਿਸਾਨ ਆ ਉੱਥੇ ਇਕੱਠਾ ਹੋ ਗਿਆ, ਉਹ ਬਿਨਾਂ ਰੱਦ ਕਰਾਏ ਬਿਲਕੁਲ ਵਾਪਸ ਨਹੀਂ ਮੁੜੂਗਾ। ਅੱਜ ਕਰ ਲੋ ਰੱਦ, ਕੱਲ ਕਰ ਲੋ, 4 ਦਿਨਾਂ ਨੂੰ ਕਰ ਲੋ, ਵਕਤ ਖਰਾਬ ਕਰ ਰਹੇ ਹੋ ਤੁਸੀਂ। ਪੇਸ਼ੈਂਟ ਦੇਖਣੀ ਹੈ ਕਿਸਾਨਾਂ ਦੀ, ਵੇਖੋ ਉਹ ਪੀਸਫੁਲੀ ਆਪਦਾ ਮਾਰਚ ਕਰਦੇ ਰਹਿਣਗੇ। ਬਹੁਤ ਤੁਸੀਂ ਇਲਜ਼ਾਮ ਲਾ ਕੇ ਬੜੀ ਇਸ ਐਜੀਟੇਸ਼ਨ ਨੂੰ ਹੋਰ ਰੰਗ ਰੂਪ ਦੇ ਕੇ ਕੋਸ਼ਿਸ਼ ਕੀਤੀ ਕਿ ਇਹਨੂੰ ਡਿਲਿਊਟ ਕੀਤਾ ਜਾਵੇ, ਕਿ ਇਸ ਚੀਜ਼ ਨੂੰ ਫੇਲ ਕੀਤਾ ਜਾਵੇ, ਪਰ ਜਿੰਨੀ ਤੁਸੀਂ ਐਲੀਗੇਸ਼ਨ ਲਾਏ, ਜੋ ਤੁਸੀਂ ਝੂਠੀਆਂ ਗੱਲਾਂ ਕੀਤੀਆਂ ਐਜੀਟੇਸ਼ਨ ਬਾਰੇ, ਔਰ ਕਿਸਾਨ ਜਥੇਬੰਦੀਆਂ ਹੋਰ ਵੀ ਤਗੜੇ ਹੋ ਕੇ ਅੱਗੇ ਵਧੀਆਂ। ਹੋਰ ਵੀ ਜਿਹੜਾ ਸਾਡਾ ਕਿਸਾਨ ਹੈ ਜੋਸ਼ ਚ ਆਇਆ, ਔਰ ਉਹਨਾਂ ਨੇ ਤਈਆ ਕਰ ਲਿਆ ਕਿ ਅਸੀਂ ਆਪਦੀਆਂ ਮੰਗਾਂ ਮੰਗਵਾ ਕੇ ਜਾਣੀ ਹੈ। ਔਰ ਇਹ ਮੈਂ ਸਮਝਦਾ ਕਿ ਹੋਰ ਵਕਤ ਨਹੀਂ ਹੈ, ਇਸ ਨੂੰ ਹੋਰ ਵਕਤ ਨਾ ਤਾਂ ਦੇ ਖਰਾਬ ਕਰਦੇ ਹੋਏ ਇਹ ਮੰਗਾਂ ਮੰਨ ਕੇ ਇਸ ਚੀਜ਼ ਨੂੰ ਅੱਗੇ ਵਧਣਾ ਚਾਹੀਦਾ। ਜੀ ਜੀ ਸੁਰੇਸ਼ ਜੀ, ਜਿਸ ਤਰ੍ਹਾਂ ਦੀਪਾ ਜੀ ਨੇ ਕਿਹਾ ਹੈ, ਕੇਂਦਰ ਵੱਲੋਂ ਅੱਜ ਦੀ ਮੀਟਿੰਗ ਜਿਹੜੀ ਅਹਿਮ ਪ੍ਰਪੋਜ਼ਲ ਇਹ ਰੱਖੀ ਗਈ ਕਿ ਕਮੇਟੀ ਬਣਾ ਲਈ ਜਾਵੇ। ਜਿਹੜੀ ਕਿਸਾਨ ਆਗੂਆਂ ਨੇ ਕਿਹਾ ਹੈ ਕਿ ਸਾਨੂੰ ਇਹ ਪ੍ਰਵਾਨ ਨਹੀਂ, ਕਿਉਂਕਿ ਕਮੇਟੀ ਬਣਾਉਣ ਦਾ ਮਕਸਦ ਹੈ ਕਿ ਗੱਲ ਨੂੰ ਲੰਬੇ ਤਰੀਕੇ ਨਾਲ ਟਾਲਣਾ ਔਰ ਬਾਅਦ ਵਿੱਚ ਘੋਲ ਦੇ ਨਾਲ ਨਜਿੱਠਿਆ ਜਾਣਾ। ਕੀ ਲੱਗਦਾ ਕਿ ਕੇਂਦਰ ਦੀ ਇਹ ਟਾਲ ਮਟੋਲ ਦੀ ਨੀਤੀ ਸੀ ਕਮੇਟੀ ਬਣਾਉਣੀ? ਕੀ ਇਹ ਪ੍ਰਸਤਾਵ ਕੋਈ ਮਾਇਨਾ ਰੱਖਦਾ, ਜਦੋਂ ਕਿ ਕਿਸਾਨ ਇਹ ਕਹਿ ਰਿਹਾ ਹੈ ਕਿ ਸਾਨੂੰ ਤਾਂ ਮੁੱਢੋਂ ਹੀ ਇਹ ਖੇਤੀ ਕਾਨੂੰਨ ਪ੍ਰਵਾਨ ਹੀ ਨਹੀਂ ਹੈ, ਫਿਰ ਕਮੇਟੀ ਦਾ ਫੈਸਲਾ ਕੀ ਹੋ ਸਕਦਾ ਸੀ? ਜੀ ਸੁਰੇਸ਼ ਸਾਹਿਬ। ਜੀ ਜਿਹੜੀਆਂ ਕਮੇਟੀਆਂ ਬਣਾਉਣ ਦੀ ਗੱਲ ਕਰ ਰਹੀ ਹੈ ਨਾ ਕੇਂਦਰ ਸਰਕਾਰ, ਇਹ ਤਾਂ ਗੱਲ ਨੂੰ ਡੂੰਘੇ ਖਾਤੇ 'ਚ ਪਾਉਣ ਵਾਲੀ ਗੱਲ ਹੈਗੀ ਹੈ ਜੀ। ਇਹ ਕਮੇਟੀਆਂ ਬਣਾਉਣ ਦਾ ਸਮਾਂ ਨਹੀਂ ਹੈਗਾ। ਉਹ ਸਾਰਾ ਸਮਾਂ ਬਿਲਕੁਲ ਦੀਪਾ ਜੀ ਨੇ ਠੀਕ ਕਿਹਾ ਹੈ ਕਿ ਉਹ ਤਾਂ ਬੜੀ ਪੁਰਾਣੀ ਹੋ ਗਈ ਹੈ, ਜਿਹੜੀ ਕਹਾਣੀ ਹੋ ਗਈ ਹੈ। ਇਹ ਤਾਂ ਹੁਣ ਅੱਜ ਤਾਂ ਦੋ ਹੀ ਗੱਲਾਂ ਨੇ, ਅਗਰ ਕਾਨੂੰਨ ਵਾਪਸ ਕਰੋ ਤੇ ਖਤਮ ਕਰੋ, ਗੱਲ ਮੁਕਾਓ, ਅਗਰ ਤੁਸੀਂ ਗੱਲ ਮੰਨਦੇ ਹੋ ਕਿਸਾਨਾਂ ਦੀ, ਕਿਉਂਕਿ ਇਹਦੇ ਤੇ ਬਹੁਤ ਸਾਰੇ ਵਿਚਾਰ ਵਟਾਂਦਰੇ, ਕਮੇਟੀਆਂ ਡਿਸਕਸ਼ਨਸ ਤਾਂ ਹੋ ਚੁੱਕੀਆਂ ਨੇ ਜੀ। ਇਹ ਜਿਹੜਾ ਸਿੱਟਾ ਨਤੀਜਾ ਜਿਹੜਾ ਹੈਗਾ ਉਹ ਇਹ ਨਿਕਲ ਕੇ ਆਇਆ ਸਾਹਮਣੇ
ਕਿ ਇਹ ਕਾਨੂੰਨ ਗਲਤ ਨੇ। ਜਦੋਂ ਗਲਤ ਕਾਨੂੰਨ ਨੇ ਤੇ ਕੇਂਦਰ ਨੂੰ ਮੰਨ ਲੈਣੀ ਚਾਹੀਦੀ ਹੈ ਗੱਲ। ਕਿਸਾਨਾਂ ਦੀ ਗੱਲ ਦਾ ਕਿਸੇ ਦਾ ਜਵਾਬ ਨਹੀਂ ਦੇ ਸਕੇ। ਪਹਿਲੀ ਮੀਟਿੰਗ ਦੇ ਵਿੱਚ ਵੀ ਤੇ ਹੁਣ ਮੀਟਿੰਗ ਦੇ ਵਿੱਚ ਵੀ ਜਿੰਨੀਆਂ ਵੀ ਮੀਟਿੰਗਾਂ ਹੋਈਆਂ ਨੇ ਜਾਂ ਜਿੱਥੇ ਜਿਹੜੇ ਵੀ ਕੋਈ ਕਿਸੇ ਪਲੇਟਫਾਰਮ ਤੇ ਗੱਲ ਹੋਈ ਆ ਤਾਂ ਕਿਸਾਨਾਂ ਦੀ ਜੋ ਤਰਕ ਨੇ ਉਹਨਾਂ ਕਿਸੇ ਵੀ ਤਰਕ ਦਾ ਕੇਂਦਰ ਸਰਕਾਰ ਜਿਹੜੀ ਹੈਗੀ ਆ ਜਵਾਬ ਨਹੀਂ ਦੇ ਸਕੀ। ਤੇ ਕੱਲੀ ਤਰਕ ਦੀ ਗੱਲ ਨਹੀਂ ਹੈਗੀ, ਸਾਡੇ ਸਾਹਮਣੇ ਪ੍ਰੈਕਟੀਕਲ ਜਿਹੜੇ ਉਦਾਹਰਨਾਂ ਸਾਹਮਣੇ ਨੇ। ਤਕਰੀਬਨ 3500 ਕਰੋੜ ਦਾ ਝੋਨਾ ਜਿਹੜਾ ਇਸ ਵੇਲੇ ਹੁਣ ਬਿਹਾਰ ਯੂਪੀ ਤੋਂ ਆ ਕੇ ਪੰਜਾਬ 'ਚ ਵਿਕਿਆ ਹੈ। ਉੱਥੇ 900 ਤੋਂ ਲੈ ਕੇ 1100 ਰੁਪਏ ਕੁਇੰਟਲ ਨੂੰ ਵਿਕਿਆ ਹੈ ਤੇ ਉੱਥੋਂ ਖਰੀਦ ਕੇ 100-150 ਰੁਪਏ ਦਾ ਜਿਹੜਾ ਹੈਗਾ ਵਿੱਚ ਖਰਚਾ ਪਾ ਲਓ, 200 ਦਾ ਪਾ ਲਓ। ਇੱਥੇ 1888 ਨੂੰ ਲਿਆ ਕੇ ਲੋਕਾਂ ਨੇ ਵੇਚਿਆ। ਪੈਸੇ ਕਮਾਉਣ ਨੇ ਪੈਸੇ ਕਮਾ ਲਏ। ਚਲੋ ਮੈਂ ਉਸ ਪਾਸੇ ਨਹੀਂ ਜਾਂਦਾ, ਜਿਹਦਾ ਦਾ ਲੱਗਦਾ ਲਾ ਲੈਂਦਾ। ਜਦੋਂ ਕਾਨੂੰਨ ਇਜਾਜ਼ਤ ਦੇ ਰਿਹਾ ਉਹ ਇਹ ਕਾਨੂੰਨਾਂ ਦਾ ਜਿਹੜਾ ਨਾ ਪੱਖੀ ਨੈਗੇਟਿਵ ਜਿਹੜਾ ਪਾਸਾ ਹੈ ਉਹ ਸਾਡੇ ਸਾਹਮਣੇ ਹੈ ਜੀ। ਤੇ ਤੁਸੀਂ ਮੈਨੂੰ ਦੱਸੋ ਕਿ ਪੂਰੇ ਹਿੰਦੁਸਤਾਨ ਦੇ ਵਿੱਚ MSP ਤੋਂ ਵੱਧ ਕਣਕ ਜਾਂ ਝੋਨਾ ਕਿੱਥੇ ਵਿਕ ਰਿਹਾ ਹੈ? ਹੁਣ ਕਣਕ ਦੀ ਖਰੀਦ ਬੰਦ ਹੋ ਗਈ, ਅੱਜ ਕਣਕ ਦਾ ਰੇਟ ਕਿੱਥੇ ਉਹ ਥੱਲੇ ਵਿਕ ਰਿਹਾ MSP ਤੋਂ। ਇਸ ਤਰ੍ਹਾਂ ਝੋਨਾ ਜਦੋਂ ਖਰੀਦ ਬੰਦ ਹੋ ਜਾਏ ਥੱਲੇ ਆ ਜਾਂਦਾ ਹੈ। ਤੋ ਇਹ ਗੱਲਾਂ ਪ੍ਰੈਕਟੀਕਲੀ ਸਾਡੇ ਸਾਹਮਣੇ ਨੇ। ਕਿਸਾਨ ਬਾਰ-ਬਾਰ ਸਮਝਾ ਰਹੇ ਨੇ ਉਹਨਾਂ ਨੂੰ ਕਿ ਜਦੋਂ ਜਿਹੜਾ ਦੀਵਾਰ ਤੇ ਸਾਹਮਣੇ ਲਿਖਿਆ ਹੈ, ਮੋٹے-ਮੋٹے ਅੱਖਰਾਂ 'ਚ ਲਿਖਿਆ ਹੈ ਕਿ ਇਹ ਕਾਨੂੰਨ ਜਿਹੜੇ ਹੈਗੇ ਨੇ ਕਿਸਾਨਾਂ ਦੀ ਜਿਹੜੀ ਹੁਣ ਮਾੜੀ ਮੋਟੀ ਆਮਦਨ ਵੀ ਹੈਗੀ ਹੈ ਉਹਨੂੰ ਵੀ ਖਤਮ ਕਰ ਦੇਣਗੇ। ਉਹਨਾਂ ਨੂੰ ਆਪਦੇ ਖੇਤਾਂ ਦੇ ਵਿੱਚ ਮਜ਼ਦੂਰ ਬਣਾ ਦੇਣਗੇ। ਉਹਨਾਂ ਨੂੰ ਆਪਦੀ ਜ਼ਮੀਨ ਜਿਹੜੀ ਹੈਗੇ ਵੇਚ ਕੇ ਸਾਰੇ ਜਿਹੜਾ ਹੈਗਾ ਜ਼ਮੀਨਾਂ, ਕਿਉਂਕਿ ਜਿਹੜੀ ਜ਼ਮੀਨ ਐਸਟ ਹੈ ਜੀ, ਲੈਂਡ ਐਸਟ ਰਿਸੋਰਸਿਸ ਨੇ, ਬਹੁਤ ਵੱਡਾ ਰਿਸੋਰਸ ਹੈਗਾ। ਹੁਣ ਵੱਡੇ ਕਾਰਪੋਰੇਟ ਘਰਾਣਿਆਂ ਦੀ ਅੱਖ ਜ਼ਮੀਨ ਤੇ ਹੈਗੀ ਹੈ, ਜ਼ਮੀਨ ਤੇ ਬਹੁਤ ਵੱਡਾ ਪ੍ਰੈਸ਼ਰ ਹੈਗਾ। ਹੁਣ ਮੋਦੀ ਜੀ ਨੂੰ ਜਾਂ ਤਾਂ ਕਿਸਾਨਾਂ ਨਾਲ ਖੜਨਾ ਪਏਗਾ ਜਾਂ ਵੱਡੇ ਜਿਹੜੇ ਕਾਰਪੋਰੇਟ ਘਰਾਣੇ ਹੈ ਉਹਨਾਂ ਨਾਲ ਖੜਨਾ। ਉਹ ਖੜੇ ਨੇ ਹੁੰਦਾ, ਉਹ ਵੱਡੇ ਕਾਰਪੋਰੇਟ ਘਰਾਣੇ ਖੜੇ ਨੇ ਅੱਜ ਤੱਕ। ਤਾਂ ਗੱਲ ਤਾਂ ਹੁਣ ਹੈਗੀ ਹੈ ਕਿ ਕਿੰਨਾ ਜ਼ਿਆਦਾ ਪ੍ਰੈਸ਼ਰ ਬਣਦਾ ਹੈ। ਜਿੰਨਾ ਜ਼ਿਆਦਾ ਪ੍ਰੈਸ਼ਰ ਬਣੇਗਾ ਕੇਂਦਰ ਸਰਕਾਰ ਤੇ ਉਨਾ ਜ਼ਿਆਦਾ ਜਿਹੜਾ ਹੈਗਾ ਸੰਭਾਵਨਾ ਹੈਗੀ ਹੈ ਕਿ ਉਹਨਾਂ ਨੂੰ ਜਲਦੀ ਅਕਲ ਆ ਜਾਏਗੀ। ਵਰਨਾ ਜਿਹੜੇ ਜੋ ਅੱਜ ਦੀ ਪੋਜੀਸ਼ਨ ਹੈਗੀ ਹੈ ਉਹਦੇ ਸਿੱਟੇ ਜਿਹੜੇ ਹੈਗੇ ਆ ਜੀ ਤੇ ਉਹ ਡਰ ਹੀ ਲੱਗਦਾ। ਪਰਮਾਤਮਾ ਭਲੀ ਕਰੇ। ਗਰਗ ਸਾਹਿਬ, ਜਿਸ ਤਰੀਕੇ ਨਾਲ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੇ ਕਿਸਾਨੀ ਅੰਦੋਲਨ ਨੂੰ ਲਿਆ ਹੈ, ਬਾਰ-ਬਾਰ ਇੱਕ ਗੱਲ ਜਿਹੜੀ ਕਹੀ ਜਾ ਰਹੀ ਹੈ ਕਿ ਇਸ ਅੰਦੋਲਨ ਦੇ ਪਿੱਛੇ ਰਾਜਸੀ ਧਿਰਾਂ ਦਾ ਹੱਥ ਹੈ। ਪੰਜਾਬ 'ਚ ਰਾਜਸੀ ਧਿਰਾਂ ਕਿਹੜੀਆਂ ਹੈ? ਆਮ ਆਦਮੀ ਪਾਰਟੀ ਹੈ, ਕਾਂਗਰਸ ਹੈ, ਅਕਾਲੀ ਦਲ ਹੈ। ਕੀ ਲੱਗਦਾ ਜੇ ਮੈਂ ਤੁਹਾਡੀ ਪਾਰਟੀ ਦੇ ਤੌਰ ਤੇ ਸਵਾਲ ਲਵਾਂ ਤਾਂ ਆਮ ਆਦਮੀ ਪਾਰਟੀ ਦਾ ਹੱਥ ਹੋ ਸਕਦਾ ਇਸ ਅੰਦੋਲਨ ਦੇ ਪਿੱਛੇ? ਦੇਖੋ, ਜਿਸ ਤਰੀਕੇ ਨਾਲ ਕਿਸਾਨ ਅੰਦੋਲਨ ਪੂਰੇ ਮੁਲਕ ਦੇ ਵਿੱਚ ਫੈਲਿਆ ਹੈਗਾ ਤੇ ਇਹ ਤਾਂ ਬੇਸਿਕਲੀ ਉਹਨਾਂ ਦਾ ਸੋਚ ਦਾ ਜਨਾਜ਼ਾ ਹੈਗਾ। ਜਿਹੜੇ BJP ਦੇ ਲੀਡਰਾਂ ਦੀ ਸੋਚ ਦਾ ਜਨਾਜ਼ਾ ਹੀ ਨਿਕਲਿਆ ਹੋਇਆ ਹੈ ਕਿ ਉਹ ਐਡੇ ਵੱਡੇ ਕ੍ਰਾਂਤੀਕਾਰੀ ਅੰਦੋਲਨ ਨੂੰ ਕਿਸੇ ਪੋਲੀਟੀਕਲ ਪਾਰਟੀ ਦੇ ਨਾਲ ਜੋੜ ਰਹੇ ਨੇ। ਉਹਨਾਂ ਦਾ ਮਕਸਦ ਇੱਕੋ ਇੱਕ ਹੈਗਾ ਕਿ ਕਦੇ ਇਸ ਜਿਹੜਾ ਅੰਦੋਲਨ ਨੂੰ ਖਾਲਿਸਤਾਨੀਆਂ ਦਾ ਅੰਦੋਲਨ ਕਹਿ ਦਿੰਦੇ ਨੇ, ਕਦੇ ਉਹ ਇਸ ਅੰਦੋਲਨ ਨੂੰ ਦਲਾਲਾਂ ਦਾ ਅੰਦੋਲਨ ਕਹਿ ਦਿੰਦੇ ਨੇ, ਕਦੇ ਉਹ ਇਸ ਅੰਦੋਲਨ ਨੂੰ ਕਿਸਾਨ ਵਰਸਸ ਵਪਾਰੀ ਬਣਾਉਣ ਦੀ ਗੱਲ ਕਰਦੇ ਆ, ਕਦੇ ਉਹ ਇਸ ਅੰਦੋਲਨ ਨੂੰ ਕਿਸਾਨ ਵਰਸਸ ਦਲਿਤ ਬਣਾਉਣ ਦੀ ਗੱਲ ਕਰਦੇ ਆ, ਕਦੇ ਉਹ ਇਸ ਅੰਦੋਲਨ ਨੂੰ ਪੰਜਾਬ ਵਰਸਸ ਹਰਿਆਣਾ ਬਣਾਉਣ ਦੀ ਗੱਲ ਕਰਦੇ ਨੇ। ਇਹ ਨਿਰਾ ਤੇ ਪੂਰਾ ਜਿਹੜਾ ਹੈਗਾ ਦਿਵਾਲੀਆਪਨ ਹੈਗਾ ਇਹਨਾਂ ਦੀ ਸੋਚ ਦਾ, BJP ਦੇ ਲੀਡਰਾਂ ਦੀ ਦਾ। ਜਦ ਕਿ ਅਸਲੀਅਤ ਇਹ ਹੈਗੀ ਆ, ਅੱਜ ਤੁਸੀਂ ਦੇਖਦੇ ਆ ਜਦੋਂ ਦਿੱਲੀ ਦੇ ਬਾਰਡਰਾਂ ਦੇ ਉੱਤੇ ਲੱਖਾਂ ਦੀ ਤਾਦਾਦ ਦੇ ਵਿੱਚ ਜਿਹੜੇ ਕਿਸਾਨ ਉੱਥੇ ਬੈਠੇ ਹੋਏ ਆ, ਉਹਨਾਂ 'ਚ ਤੁਹਾਨੂੰ ਛੋਟੇ-ਛੋਟੇ ਬੱਚੇ ਵੀ ਨਜ਼ਰ ਆਉਣਗੇ, ਉਹ 'ਚ ਸਾਡੀਆਂ ਬੇਟੀਆਂ ਵੀ ਨਜ਼ਰ ਆਉਣਗੀਆਂ, ਸਾਡੀਆਂ ਮਾਵਾਂ ਵੀ ਨਜ਼ਰ ਆਉਣਗੀਆਂ, ਸਾਡੇ ਬਜ਼ੁਰਗ ਵੀ ਨਜ਼ਰ ਆਉਣਗੇ। ਹਰ ਪੋਲੀਟੀਕਲ ਪਾਰਟੀ ਦਾ ਜੇਕਰ ਕੋਈ ਕਾਰਕੁਨ ਹੈਗਾ ਉਹ ਪਹਿਲਾਂ ਕਿਸਾਨ ਵੀ ਹੈ, ਉਹ ਵੀ ਤੁਹਾਨੂੰ ਉੱਥੇ ਨਜ਼ਰ ਆਊਗਾ। ਇਹ ਤਾਂ ਬੇਸਿਕਲੀ ਬਦਕਿਸਮਤੀ ਹੈ ਇਸ ਮੁਲਕ ਦੀ ਕਿ ਜਿਹੜੀ BJP ਹੈ ਇਹ ਹਰ ਇੱਕ ਚੀਜ਼ ਨੂੰ ਜਿਹੜਾ ਹੈਗਾ ਹਿੰਦੂ ਮੁਸਲਮਾਨ, ਹਿੰਦੂ ਸਿੱਖ ਜਾਂ ਘੱਟ ਗਿਣਤੀ ਉਸ ਨਜ਼ਰੀਏ ਦੇ ਨਾਲ ਦੇਖ ਰਹੇ ਹੈਗੇ ਆ। ਤੇ ਇਹ ਸਾਡੀ ਬਹੁਤ ਵੱਡੀ ਬਦਕਿਸਮਤੀ ਹੈ ਔਰ ਇਹ ਜਾਣਬੁੱਝ ਕੇ ਇਹ ਕਰ ਰਹੇ ਨੇ, ਇਸ ਨੂੰ ਤਾਰਪੀਟੋ ਕਰਨ ਵਾਸਤੇ ਕਰ ਰਹੇ ਨੇ, ਜੋ ਸਾਡਾ ਮੰਨਣਾ ਹੈਗਾ। ਸਮਝ ਇਹਨਾਂ ਨੂੰ ਵੀ ਹੈਗੀ ਹੈ ਪਰ ਹੁਣ ਉਹ ਵਕਤ ਲੰਘ ਚੁੱਕਿਆ ਹੈਗਾ। ਜਿੱਦਾਂ ਦੀਪਾ ਸਾਹਿਬ ਨੇ ਵੀ ਆਖਿਆ ਸੀ, ਇਹਨਾਂ ਨੇ ਬੜੀ ਹੈਂਕੜ ਦੇ ਨਾਲ ਜਿਹੜਾ ਹੈਗਾ ਸਾਡੀ 2 ਮਹੀਨੇ ਘੇਰਾਬੰਦੀ ਕੀਤੀ ਪੰਜਾਬ ਦੀ ਆਰਥਿਕ ਤੌਰ ਤੇ, ਸਾਡੀਆਂ ਗੱਡੀਆਂ ਬੰਦ ਕੀਤੀਆਂ, ਸਾਡਾ RDF ਰੋਕਿਆ ਔਰ ਇਸ ਤਰੀਕੇ ਨਾਲ ਪੇਸ਼ ਕੀਤਾ ਜਿੱਦਾਂ ਪੰਜਾਬ ਜਿਹੜਾ ਹੈਗਾ ਉਹ ਦੁਸ਼ਮਣ ਦੇਸ਼ ਹੁੰਦਾ ਹੈਗਾ, ਜਿੱਦਾਂ ਪਾਕਿਸਤਾਨ ਹੁੰਦਾ। ਹੁਣ ਸਾਡਾ ਜਿਹੜਾ ਪੰਜਾਬ ਦਾ ਕਿਸਾਨ ਹੈ, ਪੂਰੇ ਹਿੰਦੁਸਤਾਨ ਦਾ ਕਿਸਾਨ ਹੈ, ਉਹ ਦੱਸੇਗਾ ਆਰਥਿਕ ਨਾਕਾਬੰਦੀ ਕੀ ਹੁੰਦੀ ਹੈ। ਹਾਲੇ ਤੇ ਆਰਥਿਕ ਨਾਕਾਬੰਦੀ ਸ਼ੁਰੂ ਕੀਤੀ ਨਹੀਂ ਹੈ। ਹਾਲੇ ਤੇ ਕਿਸਾਨ ਸਿਰਫ ਗਾਜੀਪੁਰ ਬਾਰਡਰ ਤੇ, ਕੁੰਡਲੀ ਬਾਰਡਰ ਤੇ, ਟਿਕਰੀ ਬਾਰਡਰ ਤੇ ਇਕੱਠੇ ਹੋਏ ਨੇ। ਜਦੋਂ ਪੰਜੋਂ ਜਿਹੜੀਆਂ ਐਂਟਰੀਆਂ ਹੈਗੀਆਂ ਦਿੱਲੀ ਦੀਆਂ ਉਹ ਬੰਦ ਕੀਤੀਆਂ, ਉਦੋਂ ਦਿੱਲੀ ਦੀ ਨਸਾਂ ਦੇ ਧੂਆਂ ਜਿਹੜਾ ਹੈਗਾ ਨਿਕਲਣਾ ਹੈਗਾ। ਸੋ ਇਸ ਕਰਕੇ ਜਾਨੀ ਕਿ BJP ਭੁੱਲ ਜੇ ਜਿਸ ਤਰੀਕੇ ਨਾਲ ਹੁਣ ਤੱਕ ਇਹ ਹਰ ਚੀਜ਼ ਨੂੰ ਧੌਣ ਤੇ ਗੋਡਾ ਰੱਖ ਕੇ ਮਨਾਉਂਦੇ ਰਹੇ ਹੈ, ਉਹ ਵਕਤ ਹੁਣ ਨਿਕਲ ਗਿਆ। ਜੀ, ਥੈਂਕ ਯੂ ਵੈਰੀ ਮਚ।
ਹਰਜਿੰਦਰ ਦੀਪਾ, ਤੁਸੀਂ ਕਮੈਂਟ ਸੁਣਿਆ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦੇ ਬੁਲਾਰੇ ਨੀਲ ਗਰਗ ਜੀ ਨੇ ਕਿਹਾ ਹੈਗਾ। ਆਪਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇੱਕ ਦਿਨ ਪਹਿਲਾਂ ਹੀ ਜਿਹੜਾ ਬਿਆਨ ਸੁਣਿਆ, ਜਿਹੜਾ ਉਹਨਾਂ ਨੇ ਬੜਾ ਸਾਫ਼ ਤੌਰ ਤੇ ਕਿਹਾ ਕਿ ਜਿਹੜੇ ਕਾਨੂੰਨ ਹੈ ਇਹ ਤਾਂ ਬੜੇ ਫਾਇਦੇਮੰਦ ਹੈ, ਪਰ ਕੁਝ ਲੋਕ ਜਿਹੜੇ ਹੈਗਾ ਇਹੋ ਜਿਹਾ ਪੇਸ਼ ਕਰ ਰਹੇ ਜਿਹੜਾ ਹੋਣਾ ਹੀ ਨਹੀਂ ਹੈ, ਜਿਹੜਾ ਹੋਣਾ ਹੀ ਨਹੀਂ ਉਸ ਨੂੰ ਲੈ ਕੇ ਹਊਆ ਖੜਾ ਕੀਤਾ ਜਾ ਰਿਹਾ ਹੈ। ਕੀ ਲੱਗਦਾ ਹੈ ਕਿ ਪ੍ਰਧਾਨ ਮੰਤਰੀ ਕਿਸਾਨੀ ਅੰਦੋਲਨ ਤੋਂ ਕਿਧਰੇ ਪਰੇਸ਼ਾਨ ਨਜ਼ਰ ਆ ਰਹੇ ਹੈ? ਹਾਂ ਜਗਤਾਰ ਜੀ, ਬਿਲਕੁਲ, ਕਿਉਂਕਿ ਪ੍ਰਧਾਨ ਮੰਤਰੀ ਜੀ ਨੂੰ ਆਦਤ ਬਣ ਗਈ ਵਨ ਵੇ ਕਮਿਊਨੀਕੇਸ਼ਨ ਦੀ। ਆਪਦੀ ਮਨ ਕੀ ਬਾਤ ਤਾਂ ਕਰਦੇ ਆ, ਦੂਸਰੇ ਦੀ ਮਨ ਕੀ ਬਾਤ ਸੁਣਦੇ ਹੀ ਨਹੀਂ। ਪ੍ਰਧਾਨ ਮੰਤਰੀ ਜੀ ਨੂੰ 6 ਸਾਲ ਹੋ ਗਏ, 6.5 ਸਾਲ ਮਨ ਕੀ ਬਾਤ ਕਰਦਿਆਂ ਨੂੰ, ਬਹੁਤ ਹੋ ਗਈ ਮਨ ਕੀ ਬਾਤ। ਹੁਣ ਜਨ ਕੀ ਬਾਤ ਹੋਣੀ ਚਾਹੀਦੀ ਹੈ। ਜਨ ਕੀ ਬਾਤ ਤਾਂ ਹੀ ਹੋਊਗੀ ਜੇ ਤੁਸੀਂ ਦੂਸਰੇ ਦੀ ਮਨ ਦੀ ਬਾਤ ਸੁਣੋਗੇ। ਤੁਸੀਂ ਸੁਣਨ ਨੂੰ ਤਿਆਰ ਨਹੀਂ, ਤੁਸੀਂ ਸਿਰਫ ਬਾਤ ਸੁਣਦੇ ਹੋ ਵੱਡੇ ਵੱਡੇ ਕਰੋੜਪਤੀਆਂ ਦੀ, ਵੱਡੇ ਵੱਡੇ ਕਾਰਪੋਰੇਟਸ ਦੀ, ਹਾਂ, ਔਰ ਉਹਨਾਂ ਦੀ ਗੱਲ ਸੁਣ ਕੇ ਉਹਨਾਂ ਦੇ ਮੁਤਾਬਕ ਤੁਸੀਂ ਬਿੱਲ ਬਣਾਉਂਦੇ ਹੋ, ਫਿਰ ਦੂਜੇ ਕਿਸੇ ਦੀ ਗੱਲ ਹੀ ਨਹੀਂ ਸੁਣਦੀ। ਬਿਲਕੁਲ ਜਿਹੜੇ ਗਲਤ ਐਲੀਗੇਸ਼ਨ ਲਗਾਉਂਦੇ ਹੋ ਕਿ ਜੀ ਪੋਲੀਟੀਕਲ ਪਾਰਟੀਆਂ ਪਿੱਛੇ ਹੈ ਜੀ ਪੰਜਾਬ ਦੀਆਂ ਇਸ ਐਜੀਟੇਸ਼ਨ ਨੂੰ ਅੱਗੇ ਕਰਾਂ 'ਚ। ਅਸੀਂ ਦੇਖੋ ਤਿੰਨੇ ਪੋਲੀਟੀਕਲ ਪਾਰਟੀਆਂ ਦੇ ਨੁਮਾਇੰਦਗੇ ਬੈਠੇ ਆ ਇੱਥੇ। ਆ ਸਾਡਾ ਨਹੀਂ ਤਾਂ ਬੰਦਾ ਕੋਈ ਸ਼੍ਰੇ ਲੈਂਦਾ, ਕੋਈ ਕਹਿੰਦਾ ਕਿ ਇਹ ਸ਼ਾਬਾਸ਼ ਲੈਂਦਾ ਕਿ ਸਾਡਾ ਹੱਥ ਹੈ ਜੀ, ਸਾਡੇ ਵਰਕਰ ਰਹਿੰਦੇ ਜੀ, ਸਾਡੇ ਅਸੀਂ ਕਰ ਰਹੇ ਹਾਂ, ਪਰ ਨਹੀਂ। ਇਹ ਜਿਹੜੀ ਐਜੀਟੇਸ਼ਨ ਹੈ, ਜਿਹੜਾ ਸੰਘਰਸ਼ ਹੈ ਕਿਸਾਨ ਜਥੇਬੰਦੀਆਂ ਵੱਲੋਂ, ਕਿਸਾਨ ਜਥੇਬੰਦੀਆਂ ਤੋਂ ਵੀ ਅੱਗੇ ਲੈ ਜਾਈਏ ਤਾਂ ਪੰਜਾਬ ਦੇ ਆਮ ਆਵਾਮ ਦਾ, ਜਿਹਨੂੰ ਆਮ ਕਿਸਾਨ ਲੀਡ ਕਰ ਰਹੇ ਹੈ, ਔਰ ਉਹਨਾਂ ਦੀਆਂ ਭਾਵਨਾਵਾਂ ਜਿਹੜੀਆਂ ਆਮ ਵਪਾਰੀ ਦੀਆਂ, ਆਮ ਲੋਕਾਂ ਦੀਆਂ, ਪੰਜਾਬ ਦੀਆਂ ਪਿੱਛੇ ਹੈ। ਔਰ ਉਹਨਾਂ ਭਾਵਨਾਵਾਂ ਪਿੱਛੇ ਜਿਹੜੀ ਐਜੀਟੇਸ਼ਨ ਪੰਜਾਬ ਦੇ ਕਿਸਾਨਾਂ ਨੇ ਲੀਡ ਕੀਤੀ, ਅੱਜ ਦੇਸ਼ ਦਾ ਕਿਸਾਨ ਉਹਦੇ ਪਿੱਛੇ ਤੁਰ ਪਿਆ। ਔਰ ਮੈਂ ਇਹਨਾਂ ਨੂੰ ਸਵਾਲ ਕਰੂੰਗਾ, ਬੀਜੇਪੀ ਵਾਲੇ ਖਾਸ ਕਰਕੇ ਖੱਟੜ ਗਵਰਨਮੈਂਟ ਨੂੰ ਔਰ ਹਰਿਆਣਾ ਵਾਲਿਆਂ ਨੂੰ, ਕੱਲ ਨੂੰ ਹਰਿਆਣੇ ਦੇ ਉੱਥੋਂ ਖਾਪਾਂ ਨੇ ਪੰਚਾਇਤਾਂ 'ਚ ਮਤੇ ਪਾਤੇ, ਉਹ ਤੁਰ ਕੇ ਆ ਰਹੀਆਂ। ਹੁਣ ਇਸ ਦਾ ਮਤਲਬ ਉੱਥੋਂ ਦੀ ਬੀਜੇਪੀ ਜਿਹੜੀ ਪਾਰਟੀ ਆ ਉਹਦਾ ਹੱਥ ਹੈ, ਉੱਥੇ ਜਿਹੜੇ ਕਿਸਾਨ ਪਿੰਡਾਂ 'ਚੋਂ ਨਿਕਲ ਕੇ ਐਜੀਟੇਸ਼ਨ ਦੇ ਵਿੱਚ ਆ ਰਹੇ ਆ। ਇਹ ਬਿਲਕੁਲ ਨਹੀਂ। ਕਿਸਾਨ ਖੁਦ ਕਿਸਾਨ ਆ ਰਹੇ, ਕਿਸੇ ਪੋਲੀਟੀਕਲ ਪਾਰਟੀ ਦਾ ਇਹਦੇ 'ਚ ਕੋਈ ਹੱਥ ਨਹੀਂ ਹੈ। ਜੀ ਦੀਪਾ ਜੀ, ਆਪਾਂ ਨੂੰ ਇੱਕ ਬ੍ਰੇਕ ਲੈਣੀ ਪੈਣੀ ਹੈ। ਲੈਣੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਇਹਨਾਂ ਮੁੱਦਿਆਂ ਤੇ ਆ ਰਹੇ ਵਾਪਸ। ਕੇਂਦਰੀ ਮੰਤਰੀਆਂ ਤੇ ਕਿਸਾਨ ਜਥੇਬੰਦੀਆਂ ਵਿਚਕਾਰ ਜਿਹੜੀ ਮੀਟਿੰਗ ਬੇਸਿੱਟਾ ਰਹੀ ਹੈ, ਕਿਹੋ ਜਿਹੇ ਖਦਸ਼ੇ ਤੇ ਸਵਾਲ ਖੜੇ ਕਰ ਰਹੀ ਹੈ, ਇਹਨਾਂ ਮੁੱਦਿਆਂ ਤੇ ਕਰਾਂਗੇ ਚਰਚਾ ਨਿੱਕੀ ਜਿਹੀ ਬ੍ਰੇਕ ਦੇ ਬਾਅਦ। ਨਜ਼ਰੀਆ ਦੀ ਡਿਬੇਟ ਦਰਸ਼ਕਾਂ ਦਾ ਮੁੜ ਇੱਕ ਵਾਰ ਸਵਾਗਤ। ਸੋ ਜੀ, ਇਸ ਮਾਮਲੇ ਤੇ ਬ੍ਰੇਕ ਤੋਂ ਪਹਿਲਾਂ ਦੀਪਾ ਜੀ ਇਹ ਗੱਲ ਕਹਿ ਰਹੇ ਸੀ ਕਿ ਜਿਹੜੀ ਕਿਸਾਨੀ ਦੀ ਮੂਵਮੈਂਟ ਹੈ, ਕਿਸਾਨੀ ਦੀ ਲਹਿਰ ਹੈ, ਉਸ ਨੂੰ ਬਦਨਾਮ ਕਰਨ ਦੇ ਲਈ ਵੱਖ-ਵੱਖ ਤਰ੍ਹਾਂ ਦੇ ਦੋਸ਼ ਲਾਏ ਜਾ ਰਹੇ ਹੈ। ਚਾਹੇ ਪੰਜਾਬ ਦੀਆਂ ਮੁੱਖ ਵੱਡੀਆਂ ਧਿਰਾਂ ਅਕਾਲੀ ਦਲ ਹੈ, ਕਾਂਗਰਸ ਹੈ, ਆਮ ਆਦਮੀ ਪਾਰਟੀ, ਤਿੰਨੇ ਹੀ ਤਰ੍ਹਾਂ ਦੇ ਨੁਮਾਇੰਦੇ ਬੈਠੇ ਆ, ਔਰ ਤਿੰਨੇ ਹੀ ਤਰ੍ਹਾਂ ਦੇ ਨੁਮਾਇੰਦੇ ਇਸ ਗੱਲ ਨੂੰ ਰੱਦ ਕਰ ਰਹੇ ਹੈ। ਸੋ ਜੀ, ਤੁਹਾਨੂੰ ਕਿਵੇਂ ਲੱਗਦਾ ਹੈ ਕਿ ਜੋ ਭਾਜਪਾ ਵੱਲੋਂ ਜਾਂ ਕੇਂਦਰ ਸਰਕਾਰ ਵੱਲੋਂ ਬਾਰ-ਬਾਰ ਇਹ ਕਿਹਾ ਜਾ ਰਿਹਾ ਹੈ ਕਿ ਕਿਸਾਨ ਅੰਦੋਲਨ ਦਾ ਹੈ ਹੀ ਨਹੀਂ, ਇਹਦੇ ਪਿੱਛੇ ਰਾਜਸੀ ਤਰ੍ਹਾਂ ਦੀ ਗੱਲ ਹੈ, ਕਦੇ ਕੈਪਟਨ ਅਮਰਿੰਦਰ ਦੀ ਗੱਲ ਕਰਦੇ ਆ, ਕਿਤੇ ਦੂਜਿਆਂ ਦੀ ਗੱਲ ਕਰਦੇ ਆ, ਕੀ ਲੱਗਦਾ ਜੋ ਭਾਜਪਾ ਵੱਲੋਂ ਕਿਹਾ ਜਾ ਰਿਹਾ ਹੈ? ਸਿੱਧੂ ਸਾਹਿਬ, ਮੇਰਾ ਥੋੜਾ ਜਿਹਾ ਨਜ਼ਰੀਆ ਵੱਖਰਾ ਹੈ ਜੀ। ਜੋ ਮੈਂ ਗੱਲ ਕਹਿਣੀ ਚਾਹੁੰਦਾ ਹੈ ਕਿ ਜਿਹੜਾ ਸੰਘਰਸ਼ ਦਾ ਪੜਾਅ ਕਿਸਾਨਾਂ ਦਾ ਹੈ, ਉਹ ਅੱਜ ਇਸ ਸਟੇਜ ਤੇ ਪਹੁੰਚ ਗਿਆ ਕਿ ਪੰਜਾਬ ਦਾ ਬੱਚਾ ਜਿਹੜਾ ਹੈਗਾ, ਉੱਥੇ ਹਰ ਪਰਿਵਾਰ ਚੋਂ ਇੱਕ ਅੱਧਾ ਜੀ ਮੈਂਬਰ, ਹਰ ਪਿੰਡ ਚੋਂ, ਹਰ ਇਲਾਕੇ ਚੋਂ ਉੱਥੇ ਬੈਠਾ ਹੈ। ਇਹ ਲੜਾਈ ਜਿਹੜੀ ਹੈਗੀ ਹੈ, ਇਹਨੂੰ ਅਸੀਂ ਹਾਰ ਨਹੀਂ ਸਕਦੇ ਕਿਸੇ ਵੀ ਕੀਮਤ ਤੇ। ਅਗਰ ਅਸੀਂ ਹਾਰ ਜਾਂਦੇ ਹਾਂ, ਅਗਰ ਪੰਜਾਬ ਹਾਰ ਜਾਂਦਾ ਹੈ, ਤਾਂ ਨੁਕਸਾਨ ਇਹਦਾ ਬਹੁਤ ਜ਼ਿਆਦਾ ਹੋਏਗਾ। ਤੋ ਇਸ ਸਟੇਜ ਤੇ ਮੈਂ ਤਾਂ ਕਹਿੰਦਾ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਸਾਰੀਆਂ ਜਿਹੜੀਆਂ ਗੱਲਾਂ ਤਿਆਗ ਕੇ, ਸਾਰੇ ਆਪਣੇ ਗਿਲੇ ਸ਼ਿਕਵੇ ਤਿਆਗ ਕੇ, ਸਾਨੂੰ ਹੁਣ ਖੁੱਲ੍ਹ ਕੇ ਸਪੋਰਟ ਕਰਨੀ ਚਾਹੀਦੀ ਹੈ। ਸਾਨੂੰ ਖੁੱਲ੍ਹ ਕੇ ਕਿਸਾਨਾਂ ਨਾਲ ਆ ਜਾਣਾ ਚਾਹੀਦਾ ਹੈ, ਚਾਹੇ ਉਹ ਅਕਾਲੀ ਦਲ ਹੋਵੇ, ਚਾਹੇ ਕਾਂਗਰਸ ਹੋਵੇ, ਚਾਹੇ ਆਮ ਆਦਮੀ ਪਾਰਟੀ ਹੋਵੇ, ਚਾਹੇ ਕੋਈ ਹੋਰ ਪਾਰਟੀ ਹੋਵੇ। ਕਿਉਂਕਿ ਕੇਂਦਰ ਦੀ ਜਿਹੜੀ ਨੀਅਤ ਹੈ, ਮਨਸ਼ਾ ਹੈ, ਉਹ ਪੰਜਾਬ ਮਾਰੂ ਹੈ ਜੀ। ਕਿਉਂਕਿ ਸੰਘਰਸ਼ ਜਿਹੜਾ ਹੈਗਾ, ਬੇਸ਼ੱਕ ਲੀਡ ਕਿਸਾਨ ਕਰ ਰਹੇ ਨੇ, ਉਹਨਾਂ ਨੂੰ ਕਰਨ ਦਿੱਤਾ ਜਾਵੇ, ਬਹੁਤ ਵਧੀਆ ਲੀਡ ਕਰ ਰਹੇ ਨੇ, ਲੇਕਿਨ ਪੋਲੀਟੀਕਲ ਪਾਰਟੀਆਂ ਦਾ ਇੱਕ ਨੈਗੇਟਿਵ ਇਹ ਵੀ ਜਾਂਦਾ, ਜਿਹੜੀ ਮੋਦੀ ਸਰਕਾਰ ਅੱਗੇ ਵੀ, ਇਹ ਤਾਂ ਇਕੱਲੇ ਕਿਸਾਨ ਨੇ ਜੀ, ਪਿੱਛੇ ਕੋਈ ਸਪੋਰਟ ਨਹੀਂ ਹੈਗੀ ਇਹਨਾਂ ਦੀ। ਕਿਉਂਕਿ ਜਿਹੜਾ ਉਹ ਕਹਿ ਰਹੇ ਨੇ ਨਾ ਵੀ ਉਹ ਭੇਜ ਰਹੇ ਨੇ, ਉਹ ਸਿਰਫ ਬਦਨਾਮ ਕਰਨ ਵਾਸਤੇ ਹੈਗਾ। ਹੁਣ ਬਦਨਾਮੀ ਵਾਲੀ ਗੱਲ ਨਹੀਂ ਹੈਗੀ, ਹੁਣ ਤਾਂ ਲੜਾਈ ਸਾਫ਼ ਹੈਗੀ ਹੈ, ਤੇ ਆਪਾਂ ਨੇ ਇਹਨੂੰ ਪੋਲੀਟਿਕਸ ਨੂੰ ਅਲੱਗ ਕਰ ਵੀ ਨਹੀਂ ਸਕਦੇ। ਇਹ ਕਾਨੂੰਨ ਪਾਰਲੀਮੈਂਟ 'ਚ ਪਾਸ ਹੋਏ ਨੇ, ਉੱਥੇ ਵੀ ਤਾਂ ਬੋਲੇ ਹੀ ਅਸੀਂ ਸਾਰੇ। ਪੰਜਾਬ ਦੇ ਜਿਹੜੇ ਮੈਂਬਰ ਪਾਰਲੀਮੈਂਟ ਨੇ, ਕੋਈ ਘੱਟ ਬੋਲਿਆ, ਕੋਈ ਵੱਧ ਬੋਲਿਆ, ਸਾਰਿਆਂ ਨੇ ਅਪੋਜ਼ ਕੀਤਾ। ਆਪਾਂ ਨੇ ਵਿਧਾਨ ਸਭਾ ਦੇ ਵਿੱਚ ਵੀ ਤਾਂ ਉਹਨੂੰ ਮਤਾ ਪਾ ਕੇ ਰੱਦ ਕੀਤਾ, ਬਾਅਦ 'ਚ ਕਾਨੂੰਨ ਬਣਾਏ ਨੇ।
ਸਾਡੇ ਮਤਭੇਦ ਹੋ ਸਕਦੇ ਨੇ ਕਿ ਉਹ ਚੰਗੇ ਨੇ ਜਿਹੜੇ ਅਸੀਂ ਪੰਜਾਬ ਦੇ ਵਿੱਚ ਅਮੈਂਡਮੈਂਟ ਲੈ ਕੇ ਆਏ ਹਾਂ, ਮਾੜੇ ਨੇ, ਉਹ ਵੱਖਰੀ ਗੱਲ ਹੈਗੀ ਹੈ। ਲੇਕਿਨ ਅਗਰ ਇਸ ਮੋੜ ਤੇ ਅਸੀਂ ਦਿੱਲੀ ਤੋਂ ਸਾਡੇ ਕਿਸਾਨ ਕਿਸੇ ਤਰ੍ਹਾਂ ਕੋਈ ਮਾਤ ਖਾ ਕੇ ਆ ਜਾਂਦੇ ਨੇ ਤਾਂ ਨੁਕਸਾਨ ਪੰਜਾਬ ਦਾ ਹੀ ਹੋਣਾ ਹੈ, ਬਹੁਤ ਵੱਡਾ ਹੋਣਾ ਹੈ, ਬਾਕੀ ਤਾਂ ਹੋਣਾ ਹੀ ਹੋਣਾ ਹੋਰ ਸੂਬਿਆਂ ਦੇ ਕਿਸਾਨਾਂ ਦਾ। ਤਾਂ ਆਪਾਂ ਇਹ ਲੜਾਈ ਹਰ ਹਾਲਤ ਦੇ ਵਿੱਚ ਸਾਨੂੰ ਜਿੱਤਣੀ ਪਏਗੀ। ਪੋਲੀਟੀਕਲੀ ਬਿਲਕੁਲ ਮੈਂ ਤਾਂ ਕਹਿਣਾ ਖੁੱਲ ਕੇ ਮੈਦਾਨ 'ਚ ਸਾਰੇ ਆ ਜਾਣ, ਸਾਰੇ ਆਪਣੇ ਵਲੰਟੀਅਰ ਭੇਜਣ ਉੱਥੇ ਕਿਸਾਨਾਂ ਦੀ ਮਦਦ ਵਾਸਤੇ। ਇਹ ਨਹੀਂ ਮੈਂ ਕਹਿੰਦਾ ਕਿ ਕਿਸਾਨਾਂ ਦੀ ਲੀਡਰਸ਼ਿਪ ਲਾਓ ਉੱਥੇ, ਜਾਂ ਤੁਸੀਂ ਉਹਨਾਂ ਨੂੰ ਉਹਨਾਂ ਦੀ ਪ੍ਰੋਗਰਾਮ ਦੇ ਵਿੱਚ ਗੱਲ ਕਹੋਗੇ, ਨਹੀਂ, ਕਿ ਅਸੀਂ ਤੁਹਾਡੇ ਪਿੱਛੇ ਹੈਗੇ ਆ, ਅਸੀਂ ਤੁਹਾਡੀ ਸਪੋਰਟ ਦੇ ਵਿੱਚ ਆ। ਇਹ ਲੜਾਈ ਪੰਜਾਬ ਦੀ ਹੈਗੀ ਹੈ, ਅਸੀਂ ਪੰਜਾਬ ਇਕੱਠੇ ਹੋ ਕੇ ਲੜ ਰਹੇ ਹਾਂ, ਪੋਲੀਟੀਕਲ ਪਾਰਟੀਆਂ ਤੁਹਾਡੇ ਪਿੱਠ ਤੇ ਨੇ, ਸਾਡੀ ਤੁਹਾਨੂੰ ਜੋ ਸਪੋਰਟ ਦੇਵਾਂਗੇ ਅਸੀਂ ਹਰ ਹਾਲਤ ਦੇ ਵਿੱਚ ਇਹ ਲੜਾਈ ਜਿੱਤਣੀ ਹੈ। ਅਸੀਂ ਲੜਾਈ ਕਿਸੇ ਵੀ ਤਰ੍ਹਾਂ ਹਾਰਨ ਦੀ ਪੋਜੀਸ਼ਨ 'ਚ ਨਹੀਂ ਹੈ ਜੀ। ਅਗਰ ਹਾਰ ਗਿਆ ਮੈਂ ਫਿਰ ਕਹਿਣਾ ਹੈ ਜੀ 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 ਸਰ ਜੀ, ਇੱਕ ਸਵਾਲ ਲੈਣਾ ਚਾਹੁੰਦਾ ਤੁਹਾਡੇ ਤੋਂ, ਵੱਡਾ ਹੋਏਗਾ ਸਰ। ਇੱਕ ਸਵਾਲ ਇਸ ਮੁੱਦੇ ਤੇ ਮੈਂ ਲੈਣਾ ਚਾਹੁੰਦਾ ਹੈ। ਪੋਲੀਟੀਕਲ ਪਾਰਟੀ ਦੀ ਤੁਸੀਂ ਗੱਲ ਕਰ ਰਹੇ ਹੋ, ਬਿਲਕੁਲ ਤੁਸੀਂ ਆਪਣੇ ਤੌਰ ਤੇ ਸਹੀ ਕਹਿ ਰਹੇ ਹੋ ਕਿ ਸਾਰਿਆਂ ਨੂੰ ਰਲ ਕੇ ਕਿਸਾਨਾਂ ਦੀ ਹਮਾਇਤ ਦੀ ਜ਼ਰੂਰਤ ਹੈ। ਪਰ ਹੁਣ ਤੋਂ ਕੁਝ ਮਿੰਟ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਜਿਹੜਾ ਮੀਡੀਆ ਨੂੰ ਬਿਆਨ ਜਾਰੀ ਕੀਤਾ ਹੈ, ਉਹਨਾਂ ਨੇ ਕਿਹਾ ਕਿ ਦਿੱਲੀ ਦੀ ਜਿਹੜੀ ਕੇਜਰੀਵਾਲ ਸਰਕਾਰ ਹੈ ਉਸ ਨੇ 23 ਨਵੰਬਰ ਨੂੰ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਜਿਹੜਾ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਨਵੇਂ ਖੇਤੀ ਕਾਨੂੰਨਾਂ ਨਾਲ ਸੰਬੰਧਿਤ ਹੈ। ਉਹਨਾਂ ਨੇ ਇਸ ਮੁੱਦੇ ਤੇ ਕੇਜਰੀਵਾਲ ਸਰਕਾਰ ਨੂੰ ਫਿੱਟ ਲਾਂਤ ਪਾਈ ਹੈ। ਜਿਉਂ ਇਹੋ ਜਿਹੇ ਮਤਭੇਦ ਉੱਪਰ ਕੇ ਆਉਣਗੇ ਤਾਂ ਫਿਰ ਰਾਜਸੀ ਧਿਰਾਂ ਦਾ ਵਖਰੇਵਾਂ ਜਿਹੜਾ ਟਕਰਾਅ ਹੈ ਉਹਦਾ ਫਾਇਦਾ ਵੀ ਫਿਰ ਮੋਦੀ ਸਰਕਾਰ ਉਠਾਏਗੀ ਨਾ, ਜਿੱਦਾਂ ਦੇ ਮਤਭੇਦ ਸਾਹਮਣੇ ਆਉਣਗੇ। ਦੇਖੋ ਤੁਸੀਂ ਮੈਂ ਇਹੀ ਗੱਲ ਕਰ ਰਿਹਾ ਹਾਂ ਕਿ ਆਪਾਂ ਨੂੰ ਇਸ ਵੇਲੇ ਕਿਸੇ ਮਤਭੇਦ 'ਚ ਨਹੀਂ ਪੈਣਾ ਚਾਹੀਦਾ। ਮਤਭੇਦ ਪੰਜਾਬ ਬਾਰੇ ਹੈਗੇ ਆ, ਉਹ ਸਾਰੇ ਸਾਨੂੰ ਜਿਹੜੇ ਹੈਗੇ ਭੁਲਾਉਣੇ ਚਾਹੀਦੇ ਨੇ। ਬੇਸ਼ੱਕ ਉਹ ਕੈਪਟਨ, ਮੈਂ ਤਾਂ ਬੇਸ਼ੱਕ ਸਾਡੇ ਚੀਫ ਮਿਨਿਸਟਰ ਨੇ, ਮੈਂ ਕਾਂਗਰਸ ਪਾਰਟੀ 'ਚ ਹੈਗਾ, ਲੇਕਿਨ ਮੈਂ ਜੋ ਗੱਲ ਹੈਗਾ ਮੈਂ ਬਿਲਕੁਲ ਸਾਫ਼ ਕਰਾਂਗਾ ਜੀ। ਅੱਜ ਪੰਜਾਬ ਨੂੰ ਲੋੜ ਹੈ, ਅੱਜ ਪੰਜਾਬ ਦੇ ਲੋਕਾਂ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਲੋੜ ਹੈ, ਅੱਜ ਪੰਜਾਬ ਦੇ ਲੋਕਾਂ ਨੂੰ ਬਾਦਲ ਸਾਹਿਬ ਦੀ ਵੀ ਲੋੜ ਹੈਗੀ ਹੈ। ਵੱਡੇ ਕੱਦਾਵਰ ਲੀਡਰ ਨੇ, ਉਹਨਾਂ ਨੂੰ ਵੀ ਘਰੇ ਬੈਠਣਾ ਨਹੀਂ ਚਾਹੀਦਾ ਹੈਗਾ। ਅੱਜ ਜਿਹੜਾ ਕੇਜਰੀਵਾਲ ਹੈ ਉਹਨੂੰ ਵੀ ਸਾਹਮਣੇ ਆ ਕੇ, ਚਲੋ ਜੇ ਪੰਜਾਬ ਦੇ ਵਾਸਤੇ ਥੋੜੀ ਬਹੁਤੀ ਉਹਦੇ ਦਿਲ 'ਚ ਹੈਗੀ ਹੈ ਤਾਂ ਉਹ ਮੈਂ ਤਾਂ ਕਹਿੰਦਾ ਸਾਰੇ ਇਕੱਠੇ ਹੋ ਕੇ ਇਹ ਆਪਣਾ ਵੇਟ ਸਾਰਾ ਪਾਉਣ ਲੱਗੇ, ਕੇਂਦਰ ਸਰਕਾਰ ਨੂੰ ਲੱਗੇ ਕਿ ਆਹ ਪੰਜਾਬ ਸਾਰਾ ਇੱਕ ਪਾਸੇ ਹੈ, ਇਹ ਇਕੱਲੇ ਕਿਸਾਨ ਨਹੀਂ ਗਏ, ਸਾਰੀਆਂ ਪੋਲੀਟੀਕਲ ਪਾਰਟੀਆਂ, ਬੱਚਾ ਸਾਰਾ ਉੱਥੇ ਦੁਆ ਤੇ ਬੈਠਾ ਹੈ। ਬਹੁਤ ਅਹਿਮ ਸਵਾਲ ਲੈ ਰਹੇ ਹੋ ਸਰ ਜੀ, ਬਹੁਤ ਅਹਿਮ ਗੱਲ ਕਰ ਰਹੇ ਹੋ। ਪੋਲਿਟਿਕਸ ਦੀ ਗੱਲ ਨਹੀਂ ਮੈਂ ਕਰ ਰਿਹਾ, ਮੈਂ ਆਪਣੇ ਦਿਲ ਦੀ ਗੱਲ ਕਰ ਰਿਹਾ ਕਿ ਅੱਜ ਜੇ ਹਾਰਦਾ ਪੰਜਾਬ ਹਾਰਦਾ ਹੈ। ਅੱਜ ਦਿੱਗਜ ਲੀਡਰਾਂ ਨੂੰ ਘਰੇ ਬੈਠਣ ਦੀ ਲੋੜ ਨਹੀਂ ਹੈਗੀ, ਅੱਜ ਲੀਡ ਕਰਨ ਦੀ ਲੋੜ ਹੈਗੀ ਹੈ। ਫੌਜਾਂ ਬਹੁਤ ਨੇ, ਫੌਜਾਂ ਤਕੜੀਆਂ ਹੈਗੀਆਂ ਨੇ, ਲੇਕਿਨ ਕੱਦਾਵਰ ਲੀਡਰਾਂ ਦੀ, ਜਨਰਲਾਂ ਦੀ ਵੀ ਲੋੜ ਹੁੰਦੀ ਹੈ ਲੜਾਈ ਜਿੱਤਣ ਵਾਸਤੇ। ਮੈਂ ਇਹਦੇ ਵਿੱਚ ਇਹ ਨਹੀਂ ਹੈਗਾ ਕਿ ਮੈਂ ਕਿਸਾਨਾਂ ਦੀ ਲੀਡਰਸ਼ਿਪ ਨੂੰ ਕੋਈ ਘੱਟ ਸਮਝ ਰਿਹਾ, ਬੜਾ ਵਧੀਆ ਲੀਡ ਕਰ ਰਹੇ ਨੇ, ਪਰ ਉਸ ਨੂੰ ਮਲਟੀਪਲਾਈ ਕਰਨ ਵਾਸਤੇ, ਫੋਰਸਿਸ ਨੂੰ ਮਲਟੀਪਲਾਈ ਕਰਨ ਵਾਸਤੇ, ਕੇਂਦਰ ਤੇ ਦਬਾਅ ਵਧਾਉਣ ਵਾਸਤੇ ਸਾਡੀ ਸਮੁੱਚੀ ਪੰਜਾਬ ਦੀ ਲੀਡਰਸ਼ਿਪ ਨੂੰ, ਮੈਂ ਤਾਂ ਕਹਿੰਦਾ ਬੀਜੇਪੀ ਜਿਹੜੀ ਪੰਜਾਬ ਯੂਨਿਟ ਹੈਗੀ ਹੈ ਉਹਨਾਂ ਨੂੰ ਵੀ ਸਾਰਿਆਂ ਨੂੰ ਰਿਜ਼ਾਈਨ ਕਰਕੇ ਪੰਜਾਬ ਵਾਸਤੇ ਖੜਨਾ ਚਾਹੀਦਾ। ਅੱਜ ਗਰੇਵਾਲ ਹੋਣੀ ਕਿੰਨੀ ਦੇਰ ਤੋਂ ਹਿੰਮਤ ਕਰ ਰਹੇ ਨੇ ਕਿ ਕੋਈ ਮਸਲਾ ਹੱਲ ਹੋ ਜੇ, ਨਹੀਂ ਹੋ ਰਿਹਾ ਤਾਂ ਉਹਨਾਂ ਨੂੰ ਵੀ ਛੱਡ ਕੇ ਪੰਜਾਬ ਦੇ ਹਿੱਤ ਪਹਿਲਾਂ, ਕਿਉਂਕਿ ਸਾਡੀ ਪੋਲਿਟਿਕਸ ਤਾਂ ਕਾਇਮ ਹੋਏਗੀ ਅਗਰ ਸਾਡੀ ਰੋਜੀ ਰੋਟੀ ਬਚੇਗੀ, ਅਗਰ ਸਾਡੀ ਜ਼ਮੀਨ ਬਚੇਗੀ, ਸਾਡਾ ਕਿਸਾਨ ਬਚੇਗਾ। ਪੋਲਿਟਿਕਸ ਅਸੀਂ ਬਾਤ ਕਰ ਸਕਦੇ ਹਾਂ, ਸਰਕਾਰਾਂ ਬਣਦੀਆਂ ਰਹਿੰਦੀਆਂ ਨੇ, ਆਉਂਦੀਆਂ ਰਹਿੰਦੀਆਂ ਨੇ, ਜਾਂਦੀਆਂ ਰਹਿੰਦੀਆਂ ਨੇ। ਸਰ ਬਹੁਤ ਅਹਿਮ ਗੱਲ ਕੀਤੀ ਹੈ। ਮੈਂ ਇਸੇ ਮੁੱਦੇ ਤੇ ਨੀਲ ਗਰਗ ਜੀ ਸਵੈਜ ਜੀ ਨੇ ਬਹੁਤ ਅਹਿਮ ਤੇ ਢੁਕਵੀਂ ਗੱਲ ਜਿਹੜੀ ਹੈਗੀ ਹੈ ਮੌਜੂਦਾ ਜਿਹੜੀਆਂ ਪ੍ਰਸਥਿਤੀਆਂ ਉਹਦੇ ਮੁਤਾਬਕ ਕੀਤੀ ਹੈ। ਉਹ ਕਹਿੰਦੇ ਕਿ ਸਾਨੂੰ ਇਸ ਵੇਲੇ ਰਾਜਸੀ ਮਤਭੇਦ ਭੁਲਾ ਕੇ, ਚਾਹੇ ਬਾਦਲ ਸਾਹਿਬ ਨੇ, ਚਾਹੇ ਕੇਜਰੀਵਾਲ ਜੀ ਨੇ, ਚਾਹੇ ਕੈਪਟਨ ਅਮਰਿੰਦਰ ਹੈ, ਸਾਨੂੰ ਹਿੱਕ ਠੋਕ ਕੇ ਆਪਣੇ ਕਿਸਾਨ ਜਿਹੜੇ ਹੈਗੇ ਆ ਉਹਨਾਂ ਦੀ ਹਮਾਇਤ ਵਿੱਚ ਜਾ ਕੇ ਖੜੇ ਹੋ ਜਾਣਾ ਚਾਹੀਦਾ, ਕਿਉਂਕਿ ਉਹਨਾਂ ਨੇ ਗੱਲ ਕਹੀ ਹੈ ਜੇ ਪੰਜਾਬ ਬਚੇਗਾ ਤਾਂ ਅਸੀਂ ਬਚਦੇ ਹਾਂ। ਜੀ ਗਰਗ ਸਾਹਿਬ। ਦੇਖੋ ਸਿੱਧੂ ਸਾਹਿਬ, ਮੈਂ ਸਵੈਜ ਸਾਹਿਬ ਦੇ ਬਿਆਨ ਦੀ ਬੜੀ ਕਦਰ ਕਰਦਾ ਕਿ ਜਿਸ ਤਰੀਕੇ ਨਾਲ ਉਹਨਾਂ ਨੇ ਇਹ ਗੱਲ ਆਖੀ ਹੈ ਇਹ ਵਾਕਈ ਕਾਬਲੇ ਤਾਰੀਫ ਹੈ। ਪਰ ਮੈਨੂੰ ਸਮਝ ਨਹੀਂ ਆਉਂਦੀ ਕਿ ਮੁੱਖ ਮੰਤਰੀ ਪੰਜਾਬ ਨੇ ਮਤਲਬ ਕੀ ਸੋਚ ਕੇ ਇਹ ਬਿਆਨ ਦਿੱਤਾ। ਅਸੀਂ ਸਾਰੇ ਜਾਣਦੇ ਹਾਂ ਕਿ ਕੇਂਦਰੀ ਕਾਨੂੰਨ ਜਿਹੜੇ ਹੈਗੇ ਆ ਉਹ ਲੋਕ ਸਭਾ 'ਚ ਪਾਸ ਹੋ ਗਏ, ਰਾਜ ਸਭਾ 'ਚ ਪਾਸ ਹੋਣ ਤੋਂ ਬਾਅਦ ਰਾਸ਼ਟਰਪਤੀ ਨੇ ਉਹਦੇ ਉੱਤੇ ਸਾਈਨ ਕਰ ਦਿੱਤਾ। ਹੁਣ ਕਿਸੇ ਵੀ ਸੂਬਾ ਸਰਕਾਰ ਦੇ ਹੱਥ ਦੇ ਵਿੱਚ ਇਹ ਹੈ ਹੀ ਨਹੀਂ। ਈਵਨ ਭਾਵੇਂ ਅਸੀਂ ਵਿਧਾਨ ਸਭਾ ਦੇ ਵਿੱਚ ਹੋਰ ਕਾਨੂੰਨ ਪਾਸ ਕਰਕੇ ਰਾਸ਼ਟਰਪਤੀ ਕੋਲੇ ਭੇਜੇ ਹੈ, ਭਾਵੇਂ ਇਹਨਾਂ ਦਾ ਵਿਰੋਧ ਵੀ ਵਿਧਾਨ ਸਭਾ ਦੇ ਵਿੱਚ ਕੀਤਾ, ਪਰ ਉਹ ਕੋਈ ਮਾਇਨੇ ਨਹੀਂ ਰੱਖਦਾ। ਇਹ ਕਾਨੂੰਨ ਜਿਹੜੇ ਆ ਉਹ ਲਾਗੂ ਹੋ ਕੇ ਰਹਿਣੇ ਹੈਗੇ ਆ।
ਤੇ ਜੇਕਰ ਇਹ ਕਾਨੂੰਨਾਂ ਨੂੰ ਲਾਗੂ ਕਰਨ ਦਾ ਅਧਿਕਾਰ ਕਿਸੇ ਸੂਬੇ ਕੋਲ ਹੀ ਹੁੰਦਾ ਤਾਂ ਅੱਜ ਸ਼ਾਇਦ ਸਾਡਾ ਪੰਜਾਬ ਦੇ ਕਿਸਾਨ ਨੂੰ ਦਿੱਲੀ ਦੇ ਬਾਰਡਰ ਤੇ ਜਾ ਕੇ ਧਰਨੇ ਲਾਉਣ ਦੀ ਕੀ ਲੋੜ ਪੈਣੀ ਸੀ, ਕਿਉਂਕਿ ਫਿਰ ਤਾਂ ਪੰਜਾਬ ਸਰਕਾਰ ਨੇ ਹੀ ਉਹਨਾਂ ਨੂੰ ਰੋਕ ਦੇਣਾ ਸੀ, ਲਾਗੂ ਹੋਣ ਹੀ ਨਹੀਂ ਦੇਣਾ ਸੀ। ਸੋ ਮੈਂ ਸਮਝਦਾ ਇਹ ਗੈਰ ਜ਼ਿੰਮੇਵਾਰ ਬਿਆਨ ਹੈਗਾ, ਕਿਉਂਕਿ ਪਿਛਲੇ ਦਿਨੀ ਜਦੋਂ ਸਾਡੇ ਜਿਹੜੇ ਪੰਜਾਬ ਦੇ ਲੱਖਾਂ ਕਿਸਾਨ ਸੀ ਦਿੱਲੀ ਪਹੁੰਚੇ ਤੇ ਜਦੋਂ ਕੇਂਦਰ ਦੀ ਸਰਕਾਰ ਨੇ ਆਰਜੀ ਤੌਰ ਤੇ ਜੇਲ੍ਹਾਂ ਬਣਾਉਣ ਵਾਸਤੇ 9 ਸਟੇਡੀਅਮ ਮੰਗੇ ਤਾਂ ਕੇਜਰੀਵਾਲ ਸਾਹਿਬ ਦੀ ਸਰਕਾਰ ਨੇ ਇਮੀਡੀਏਟਲੀ ਉਸ ਨੂੰ ਰਿਫਿਊਜ਼ ਕੀਤਾ ਤੇ ਹਿੱਕ ਠੋਕ ਕੇ ਜਿਹੜਾ ਹੈਗਾ ਕਿਸਾਨਾਂ ਦੇ ਅੰਦੋਲਨ ਦੇ ਵਿੱਚ, ਜਿੱਦਾਂ ਸਵਾਜ ਸਾਹਿਬ ਨੇ ਆਖਿਆ, ਬਿਲਕੁਲ ਕਿਸਾਨਾਂ ਦੇ ਨਾਲ ਆ ਕੇ ਖੜੇ ਹੋਏ। ਅਸੀਂ ਉੱਥੇ ਬਾਰਡਰ ਤੇ ਹਰ ਤਰ੍ਹਾਂ ਦਾ ਪ੍ਰਬੰਧ, ਚਾਹੇ ਉਹ ਮੈਡੀਕਲ ਫੈਸਿਲਿਟੀ ਹੈ, ਚਾਹੇ ਉਹ ਖਾਣਾ ਹੈ, ਚਾਹੇ ਉਹ ਐਂਬੂਲੈਂਸ ਹੈ, ਚਾਹੇ ਉਹ ਜਾਨੀ ਕਿ ਟਾਇਲਟਸ ਨੇ, ਉਹ ਹਰ ਤਰ੍ਹਾਂ ਦਾ ਪ੍ਰਬੰਧ ਜਿਹੜਾ ਹੈਗਾ ਉੱਥੇ ਅਸੀਂ ਕਰ ਰਹੇ ਹੈਗੇ ਆ। ਇਹੀ ਚੀਜ਼ ਜਿਹੜੀ ਹੈ ਗੋਦੀ ਮੀਡੀਆ ਨੂੰ ਤੇ ਇਹੀ ਚੀਜ਼ ਜਿਹੜੇ ਹੈਗਾ ਬੀਜੇਪੀ ਨੂੰ ਚੁਭਦੀ ਹੈਗੀ ਹੈ। ਇਸੇ ਕਰਕੇ ਕੇਜਰੀਵਾਲ ਸਾਹਿਬ ਨੂੰ ਬਦਨਾਮ ਕਰਨ ਵਾਸਤੇ ਇਸ ਤਰੀਕੇ ਦਾ ਜਿਹੜਾ ਹੈਗਾ ਇੱਕ ਪ੍ਰੋਪੇਗੈਂਡਾ ਜਿਹੜਾ ਹੈਗਾ ਫਾਲਸੋ ਚਲਾਇਆ ਜਾ ਰਿਹਾ ਹੈ। ਸਾਡਾ ਪਹਿਲੇ ਦਿਨਾਂ ਤੋਂ ਇੱਕ ਬੜਾ ਸਪਸ਼ਟ ਸਟੈਂਡ ਹੈਗਾ ਕਿ ਮੁੱਖ ਮੰਤਰੀ ਸਾਹਿਬ ਨੇ ਜਿਹੜੇ ਉਹ ਬੀਜੇਪੀ ਦੀ ਬੋਲੀ ਬੋਲਦੇ ਨੇ। ਬੀਜੇਪੀ ਦੇ ਅਮਿਤ ਸ਼ਾਹ ਕਹਿੰਦੇ ਨੇ ਤੁਸੀਂ ਕਿਸਾਨਾਂ ਨੂੰ ਕਿ ਤੁਸੀਂ ਬਰਾੜੀ ਜਾਓ, ਕੈਪਟਨ ਸਾਹਿਬ ਵੀ ਕਹਿੰਦੇ ਆ ਬਰਾੜੀ ਜਾਓ, ਜਦ ਕਿ ਸਾਰੇ ਕਿਸਾਨ ਔਰ ਅਸੀਂ ਕੀ ਕਹਿੰਦੇ ਆ, ਨਹੀਂ, ਜਿੱਥੇ ਕਿਸਾਨ ਬੈਠੇ ਤੁਸੀਂ ਉੱਥੇ ਆਓ, ਉੱਥੇ ਆ ਕੇ ਕਿਸਾਨਾਂ ਦੀ ਜਿਹੜੀ ਹੈ ਉਹ ਗੱਲ ਸੁਣੋ। ਸੋ ਮੇਰਾ ਕਹਿਣ ਦਾ ਮਤਲਬ ਹੈ ਜੇਕਰ ਕੈਪਟਨ ਸਾਹਿਬ ਨੇ ਜੋ ਅੱਜ ਬਿਆਨ ਦਿੱਤਾ ਜੀ ਇੰਨੇ ਸੁਹਿਰਦ ਨੇ ਕਿਸਾਨਾਂ ਵਾਸਤੇ, ਤੇ ਜਦੋਂ 2019 ਦੇ ਵਿੱਚ ਜੁਲਾਈ ਦੇ ਵਿੱਚ ਮੀਟਿੰਗਾਂ ਹੁੰਦੀਆਂ ਸੀ, ਅਗਸਤ 'ਚ ਮੀਟਿੰਗ ਹੋਈ ਸੀ, ਸਤੰਬਰ 'ਚ ਮੀਟਿੰਗ ਹੋਈ ਸੀ, ਕਾਹਨ ਸਿੰਘ ਪੰਨੂ ਜੀ ਨੇ ਆ ਕੇ ਦੱਸਿਆ ਸੀ ਕਿ ਬੜੇ ਖਤਰਨਾਕ ਬਿੱਲ ਆ ਰਹੇ ਨੇ, ਤਾਂ ਉਸ ਟਾਈਮ ਤੇ ਜੇਕਰ ਕਿਸਾਨਾਂ ਨੂੰ ਭਰੋਸੇ 'ਚ ਲੈ ਕੇ ਕਿਸਾਨਾਂ ਨਾਲ ਗੱਲ ਕੀਤੀ ਹੁੰਦੀ, ਜਿਹੜਾ ਅੱਜ ਅੰਦੋਲਨ ਅਸੀਂ ਕਰ ਰਹੇ ਹਾਂ ਇਹਨਾਂ ਕਾਲੇ ਕਾਨੂੰਨਾਂ ਨੂੰ ਵਾਪਸ ਲੈਣ ਵਾਸਤੇ, ਤਾਂ ਸ਼ਾਇਦ ਯਾਨੀ ਕਿ ਅਸੀਂ ਉਦੋਂ ਹੀ ਜਦੋਂ ਇਹ ਅੰਦੋਲਨ ਚਲਾਇਆ ਹੁੰਦਾ ਤਾਂ ਕੇਂਦਰ ਸਰਕਾਰ ਦੀ ਹਿੰਮਤ ਵੀ ਨਹੀਂ ਪੈਣੀ ਸੀ ਕਿ ਇਸ ਤਰ੍ਹਾਂ ਦੇ ਕਾਨੂੰਨ ਲੈ ਕੇ ਆਉਂਦੀ। ਸੋ ਮੈਂ ਇਹ ਸਮਝਦਾ ਕੈਪਟਨ ਸਾਹਿਬ ਦਾ ਜਿਹੜਾ ਬਿਆਨ ਹੈ ਬਿਲਕੁਲ ਗੈਰ ਜ਼ਿੰਮੇਵਾਰ ਹੈ, ਬੀਜੇਪੀ ਦੀ ਬੋਲੀ। ਤੁਹਾਡੀ ਗੱਲ ਆ ਗਈ ਜੀ ਗਰਗ ਸਾਹਿਬ, ਤੁਹਾਡੀ ਗੱਲ ਆ ਗਈ। ਸੁਹੇਜ ਜੀ, ਜੋ ਗਰਗ ਸਾਹਿਬ ਨੇ ਕਿਹਾ ਇਸ ਮੁੱਦੇ ਤੇ, ਉਹਨਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਦਾ ਇਸ ਮੌਕੇ ਤੇ ਜਿਹੜਾ ਬਿਆਨ ਹੈ ਬੜੇ ਗੈਰ ਜ਼ਿੰਮੇਵਾਰੀ ਵਾਲਾ ਹੈ। ਬਾਕੀ ਤੁਹਾਡੇ ਪੁਆਇੰਟਸ ਨਾਲ ਸਹਿਮਤ ਹੈ। ਇਸ ਮੁੱਦੇ ਤੇ ਉਹਨਾਂ ਨੇ ਕੰਟਰਾਡਿਕਟ ਕੀਤਾ ਕੈਪਟਨ ਅਮਰਿੰਦਰ ਦੇ ਬਿਆਨ ਨੂੰ। ਸਿੱਧੂ ਸਾਹਿਬ, ਮੈਂ ਤਾਂ ਬਿਲਕੁਲ ਸਾਫ਼ ਗੱਲ ਕਰ ਚੁੱਕਾ ਜੀ ਕਿ ਇਹ ਜਿਹੜਾ ਸਮਾਂ ਹੈਗਾ, ਅੱਜ ਦਾ ਜਿਹੜਾ ਦਿਨ ਹੈਗਾ, ਜੋ ਅੱਜ ਬੀਜੇਪੀ ਨੇ, ਕੇਂਦਰ ਸਰਕਾਰ ਨੇ ਕਿਸਾਨਾਂ ਦੇ ਜਿਹੜਾ ਸਾਫ਼ ਨਾ ਕੀਤੀ ਹੈਗੀ ਹੈ ਕਿ ਅਸੀਂ ਕਿਸੇ ਵੀ ਕੀਮਤ ਤੇ ਕਾਨੂੰਨ ਵਾਪਸ ਨਹੀਂ ਕਰਨੇ। ਇਹ ਸਮਾਂ ਪੰਜਾਬ ਦੇ ਲੋਕਾਂ ਨੂੰ, ਪੰਜਾਬ ਦੇ ਲੀਡਰਾਂ ਨੂੰ ਇਹ ਸਮਾਂ ਜਿਹੜਾ ਹੈਗਾ ਇਹ ਸਾਬਤ ਕਰਨ ਦਾ ਸਮਾਂ ਹੈਗਾ ਕਿ ਅਸੀਂ ਵਾਕਈ ਪੰਜਾਬ ਦੇ ਨਾਲ ਖੜੇ ਹਾਂ। ਅਸੀਂ ਸੱਚੇ ਦਿਲੋਂ ਪੰਜਾਬ ਦੀ ਕਿਸਾਨਾਂ ਦੀ ਮਦਦ ਸਪੋਰਟ ਕਰ ਰਹੇ ਹਾਂ। ਸੋ ਭਾਵੇਂ ਕੋਈ ਵੀ ਲੀਡਰ ਹੋਵੇ, ਅੱਜ ਉਹਨਾਂ ਨੂੰ ਸਾਰੀਆਂ ਜਿਹੜੀਆਂ ਗੱਲਾਂ ਛੱਡ ਕੇ ਸਿਰਫ ਤੇ ਸਿਰਫ ਇੱਕੋ ਗੱਲ ਕਰਨੀ ਚਾਹੀਦੀ ਹੈਗੀ ਹੈ ਕਿ ਅਸੀਂ ਤਾਂ ਇਹ ਕਾਨੂੰਨ ਵਾਪਸ ਕਰਾ ਕੇ ਹੀ ਦਮ ਲਵਾਂਗੇ। ਕਿਸਾਨ ਸਾਨੂੰ ਲੀਡ ਕਰ ਰਹੇ ਨੇ, ਉਹਨਾਂ ਦੀ ਲੀਡਰਸ਼ਿਪ ਦੇ ਵਿੱਚ ਸਾਨੂੰ ਭਰੋਸਾ ਹੈਗਾ ਤੇ ਅਸੀਂ ਦਿੱਲੀੋਂ ਵਾਪਸ ਤਾਂ ਆਵਾਂਗੇ ਅਗਰ ਕਾਨੂੰਨ ਵਾਪਸ ਹੋਣਗੇ। ਇਹ ਬੱਚਾ ਉਹਦੇ ਵਿੱਚ ਸਾਰੇ ਲੀਡਰ ਆ ਜਾਂਦੇ। ਦੀਪਾ ਜੀ ਤੁਸੀਂ ਵੀ ਆ ਜਾਂਦੇ ਹੋ, ਨੀਲ ਜੀ ਤੁਸੀਂ, ਤੁਹਾਡੇ ਲੀਡਰ ਵੀ ਆ ਜਾਂਦੇ ਹੋ, ਵਿੱਚ ਕੈਪਟਨ ਅਮਰਿੰਦਰ ਸਿੰਘ ਜੀ ਆ ਜਾਂਦੇ ਨੇ। ਇਹ ਕਰੂਸ਼ੀਅਲ ਹੈ, ਇਤਿਹਾਸਿਕ ਹੈ ਜੀ। ਮੇਰਾ ਖਿਆਲ 100 ਸਾਲ ਤੋਂ ਬਾਅਦ ਇਦਾਂ ਦਾ ਕੋਈ ਪੰਜਾਬ, ਜਿਵੇਂ ਜੈਤੋ ਦਾ ਮੋਰਚਾ ਲੱਗਿਆ ਸੀ ਨਾ ਜੀ, ਅਗਰ ਜੈਤੋ ਦਾ ਮੋਰਚਾ ਹਾਰ ਜਾਂਦੇ ਨਾ ਤਾਂ ਗੁਰਦੁਆਰੇ ਫ੍ਰੀ ਨਹੀਂ ਸੀ ਹੋਣੇ, ਤਾਂ SGPC ਨਹੀਂ ਸੀ ਬਣਨੀ, ਅੱਜ ਵੀ ਮਹੰਤਾਂ ਦਾ ਉੱਥੇ ਮਸੰਦਾਂ ਦਾ ਰਾਜ ਹੋਣਾ ਸੀਗਾ। ਇਤਿਹਾਸ ਇਦਾਂ ਬਦਲਦੇ ਨੇ। ਜੈਤੋ ਦਾ ਮੋਰਚਾ ਨਾ ਜਿੱਤਦੇ ਤਾਂ ਸ਼ਾਇਦ ਦੇਸ਼ ਨੂੰ ਆਜ਼ਾਦੀ ਵਾਸਤੇ ਹੋਰ ਸਮਾਂ ਲੱਗ ਜਾਂਦਾ। ਜਦੋਂ ਮਹਾਤਮਾ ਗਾਂਧੀ ਜੀ ਨੇ ਕਿਹਾ ਸੀ ਨਾ ਕਿ ਅੱਜ ਦੇਸ਼ ਦੀ ਆਜ਼ਾਦੀ ਦੀ ਪਹਿਲੀ ਲੜਾਈ ਜਿੱਤੀ ਗਈ ਹੈ, ਉਹ ਜੈਤੋ ਦਾ ਮੋਰਚਾ ਜਿੱਤਣ ਤੋਂ ਬਾਅਦ ਕਿਹਾ ਸੀ ਉਹਨਾਂ ਨੇ। ਤਾਂ ਅੱਜ ਉਹ ਸਮਾਂ ਹੈਗਾ। ਮੈਂ ਤਾਂ ਦਿਲੋਂ ਢਿੱਡੋਂ ਇਹੀ ਬੇਨਤੀ ਕਰ ਸਕਦਾ ਕਿ ਆਪਣੇ ਨੇਤਾਵਾਂ ਨੂੰ ਵੀ ਬੇਨਤੀ ਕਰ ਸਕਦਾ, ਸਾਡੇ ਨੇਤਾਵਾਂ ਨੂੰ ਵੀ, ਤੁਹਾਡੇ ਨੇਤਾਵਾਂ ਨੂੰ ਵੀ ਇਹੀ ਬੇਨਤੀ ਕਰ ਸਕਦਾ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਕਿ ਅੱਜ ਸਮਾਂ ਪੰਜਾਬ ਦੀ ਅਸਮਤ, ਪੰਜਾਬ ਦੀ ਇੱਜ਼ਤ ਨੂੰ ਬਚਾਉਣ ਦਾ ਹੈ। ਅਸੀਂ ਲੜਾਈ ਇਹ ਕਿਸੇ ਦੀ ਕਿਸਮ ਤੇ ਹਾਰ ਨਹੀਂ ਸਕਦੇ ਹੈਗੇ, ਬਾਰ-ਬਾਰ ਮੈਂ ਇਹੀ ਕਹਿਣਾ ਹੈ। ਤਾਂ ਆਓ ਇਕੱਠੇ ਹੋ ਕੇ ਆਪਾਂ ਸਾਰੇ ਜਿੰਨਾ ਵੀ ਕਰ ਸਕਦੇ ਆ, ਇੱਥੇ ਬੈਠੇ ਉੱਥੇ ਬੈਠੇ, ਤੇ ਆਵਾਜ਼ ਇਹ ਆਵੇ ਕਿ ਪੰਜਾਬ ਦੇ ਵਿੱਚ ਕੋਈ ਵੱਖਰੀ ਆਵਾਜ਼ ਨਹੀਂ ਹੈਗੀ, ਪੰਜਾਬ ਦੀ ਇੱਕ ਆਵਾਜ਼ ਹੈ। ਜੀ ਸਾਹਿਬ ਨੇ ਪੰਜਾਬ ਦੀ ਗੱਲ ਕਰਦੇ ਹੋ, ਤੁਹਾਡੀ ਗੱਲ ਕੀਤੀ ਹੈ, ਉਹ ਵੀ ਬੋਲਣ, ਥੈਂਕ ਯੂ ਵੈਰੀ ਮਚ। ਕੈਪਟਨ ਅਮਰਿੰਦਰ ਸਿੰਘ ਵੀ ਬੋਲਣ, ਪੰਜਾਬ ਦੇ ਹੱਕ 'ਚ ਬੋਲਣ ਜੀ। ਥੈਂਕ ਯੂ ਵੈਰੀ ਮਚ। ਆਪਾਂ ਦੀਪਾ ਜੀ ਤੋਂ ਜਵਾਬ ਲੈ ਲਈਏ। ਦੀਪਾ ਜੀ, ਸੁਹੇਜ ਜੀ ਨੇ ਜਿਸ ਮਾਮਲੇ ਨੂੰ ਲਿਆ ਕੇ ਲੜਾਈ ਦੇ ਜਿਸ ਪੜਾਅ ਦੇ ਉੱਤੇ ਗੱਲ ਖੜੀ ਹੋ ਗਈ ਹੈ, ਸੁਹੇਜ ਜੀ ਦਾ ਕਹਿਣਾ ਹੈ ਕਿ ਇਸ ਵੇਲੇ ਮਤਭੇਦ ਭੁਲਾ ਕੇ
ਇਹ ਪੰਜਾਬ ਦੀ ਹੋਂਦ ਦਾ ਸਵਾਲ ਹੈ, ਚਾਹੇ ਬਾਦਲ ਸਾਹਿਬ ਹੈ, ਚਾਹੇ ਕੇਜਰੀਵਾਲ ਹੈ, ਚਾਹੇ ਕੈਪਟਨ ਅਮਰਿੰਦਰ ਹੈ। ਇਸ ਵੇਲੇ ਮੈਦਾਨ 'ਚ ਸਾਰਿਆਂ ਨੂੰ ਡਟਣ ਦੀ ਜ਼ਰੂਰਤ ਹੈ ਜੇ ਪੰਜਾਬ ਜਾਂ ਪੰਜਾਬ ਦੀ ਇੱਜ਼ਤ ਨੂੰ ਬਚਾਉਣਾ ਹੈ। ਬਿਲਕੁਲ ਸੈਦ ਸਾਹਿਬ ਨੇ ਬਿਲਕੁਲ ਦਿਲ ਦੀ ਗੱਲ ਕਹੀ ਹੈ, ਔਰ ਅੱਜ ਜੋ ਵਕਤ ਐਸਾ ਹੈ ਇਹ ਗੱਲ ਹੋਣੀ ਵੀ ਚਾਹੀਦੀ, ਔਰ ਇਸ ਤੇ ਬਹੁਤ ਗਹਿਨ ਸੋਚ ਵੀ ਹੋਣਾ ਚਾਹੀਦਾ। ਪਰ ਅਸੀਂ ਰਾਜਨੀਤਿਕ ਲੋਕ ਹਾਂ, ਅਸੀਂ ਰਾਜਨੀਤੀ ਤੋਂ ਹਟਦੇ ਨਹੀਂ ਬਿਲਕੁਲ। ਪਰ ਜਿਹੜਾ ਵਕਤ ਆ ਰਿਹਾ ਸ਼ਾਇਦ ਹਜੇ ਨਹੀਂ ਆਇਆ, 5 ਦਿਨਾਂ ਨੂੰ ਆ ਜਾਊਗਾ, 10 ਦਿਨਾਂ ਨੂੰ ਆ ਜਾਊਗਾ, ਅਸੀਂ ਮਜਬੂਰ ਹੋ ਜਾਾਂਗੇ, ਕਿਉਂਕਿ ਲੋਕਾਂ ਦੀ ਇੱਕ ਰਾਏ ਹੁੰਦੀ ਹੈ ਨਾ, ਉਹ ਮਜਬੂਰ ਕਰਦੀ ਹੈ। ਜੇ ਅੱਜ ਬੀਬਾ ਹਰਸਿਮਰਤ ਕੌਰ ਜੀ ਨੇ ਰਿਜ਼ਾਈਨ ਦਿੱਤਾ, ਜੇ ਉਹ ਇੱਕ ਲੋਕਾਂ ਦੀ ਇੱਕ ਆਵਾਜ਼ ਸੀ, ਨਾ ਛੱਡਦੇ ਤਾਂ ਸ਼ਾਇਦ ਕੋਈ ਵੀ ਪਾਰਟੀ ਅਲੱਗ ਥਲੱਗ ਪੈ ਜਾਊਗੀ ਜੇ ਲੋਕਾਂ ਦੀ ਆਵਾਜ਼ ਸੁਣ ਕੇ ਨਹੀਂ ਚੱਲਾਂਗੇ ਤਾਂ। ਪਰ ਆਪਾਂ ਲੀਡਰਾਂ ਦੀ ਗੱਲ ਕਰਨੇ ਇਕੱਠੇ ਤਾਂ ਚੱਲੀਏ, ਪਰ ਬਿਲਕੁਲ ਜੋ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਬਿਆਨ ਦਿੱਤਾ, ਉਹ ਮੈਂ ਸਮਝਦਾ ਕਿ ਜੋ ਅੱਜ ਜੋ ਇੰਡੀਅਨ ਐਕਸਪ੍ਰੈਸ 'ਚ ਖਬਰ ਆਈ ਹੈ ਕਿ 23 ਨਵੰਬਰ ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕੀਤੀ ਹੈ ਕੇਜਰੀਵਾਲ ਸਰਕਾਰ ਨੇ ਕਿ 3 ਕਾਨੂੰਨਾਂ ਚੋਂ ਇੱਕ ਕਾਨੂੰਨ ਨੂੰ ਉਹਨਾਂ ਨੇ ਉੱਥੇ ਮਾਨਤਾ ਵੀ ਦੇਤੀ ਹੈ ਤੇ ਉੱਥੇ ਉਹਨਾਂ ਨੂੰ ਲਾਗੂ ਵੀ ਕਰਤਾ ਹੈ। ਮੈਂ ਇਹ ਸਮਝਦਾ ਕਿ ਠੀਕ ਹੈ, ਜਿਵੇਂ ਨੀਲ ਗਰਗ ਜੀ ਨੇ ਕਿਹਾ ਕਿ ਜਦੋਂ ਪਾਰਲੀਮੈਂਟ 'ਚ ਹੋ ਗਿਆ, ਪ੍ਰੈਜ਼ੀਡੈਂਟ ਦੀ ਮੋਹਰ ਲੱਗ ਗਈ, ਲਾਗੂ ਤਾਂ ਹੋ ਗਏ, ਪਰ ਉਹਦਾ ਜੇ ਅਸੀਂ ਵਿਰੋਧ ਕਰ ਰਹੇ ਹਾਂ, ਅਸੀਂ ਸਾਡੀ ਪੰਜਾਬ ਸਟੇਟ ਆ, ਅਸੀਂ ਉਹਨਾਂ ਦਾ ਵਿਰੋਧ ਕੀਤਾ ਹੈ, ਅਸੀਂ ਵਿਰੋਧ ਕਰਕੇ ਦਿੱਲੀ ਬੈਠੇ ਹਾਂ, ਕੱਲ ਨੂੰ ਮੈਂ ਕਹਿੰਦਾ ਪਾਸ ਹੋ ਜਾਣ, ਧੱਕੇ ਨਾਲ ਤੁਹਾਡੀਆਂ ਜ਼ਮੀਨ ਤੇ ਵੜਨ ਨਹੀਂ ਦੇਣੇ, ਡਾਂਗ ਨਾਲ ਉੱਥੇ ਵੀ ਖੜਾਂਗੇ, ਅਖੀਰ ਤੱਕ ਲੜਾਈ ਵੀ ਲੜਾਂਗੇ। ਪਰ ਜੇ ਸਰਕਾਰ ਸਾਡੀ ਉਸ ਨੂੰ ਮਾਨਤਾ ਦੇ ਦੂਗੀ ਤਾਂ ਫਿਰ ਕਿੱਥੋਂ ਤੁਸੀਂ ਲੜਾਈ ਲੜ ਸਕਦੇ ਹੋ? ਜਾਂ ਤਾਂ ਕਹੋ ਇਹ ਕਾਨੂੰਨ ਠੀਕ ਹੈ, ਇਹਨਾਂ 3 ਕਾਨੂੰਨਾਂ 'ਚ ਇੱਕ ਕਾਨੂੰਨ ਠੀਕ ਹੈ, ਅਸੀਂ ਇਸ ਨੂੰ ਮਾਨਤਾ ਦਿੰਨੇ ਆ। ਕੱਲ ਨੂੰ ਸੁਪਰੀਮ ਕੋਰਟ 'ਚ ਵੀ ਕੇਸ ਜਾਣੇ ਆ, ਜੇ ਇੱਕ ਸਟੇਟ ਤੋਂ ਵੱਧ ਸਟੇਟਾਂ ਇਸ ਨੂੰ ਰੱਦ ਕਰਨਗੀਆਂ, ਇਹਦੇ ਤੇ ਰੈਜ਼ੋਲੂਸ਼ਨ ਪਾਉਣਗੀਆਂ, ਤਾਂ ਉੱਥੇ ਵੀ ਕੇਸ ਨੂੰ ਬਲ ਮਿਲਦਾ, ਉੱਥੇ ਵੀ ਸਪੋਰਟ ਮਿਲਦੀ ਹੈ ਕਿ ਹਾਂ ਦੇਸ਼ ਦੀਆਂ ਇੰਨੀਆਂ ਸਟੇਟਾਂ ਨੇ ਇਹਦੇ ਕਾਨੂੰਨਾਂ ਦੇ ਖਿਲਾਫ ਮਤੇ ਪਾਏ ਹੈ, ਇੰਨੀਆਂ ਵਿਧਾਨ ਸਭਾ ਨੇ ਮਤੇ ਪਾਏ ਹੈ। ਕੇਜਰੀਵਾਲ ਨੇ ਕੋਈ ਗੱਲ ਨਹੀਂ ਕੀਤੀ, ਪਰ ਠੀਕ ਹੈ, ਅੱਜ ਦੀ ਘੜੀ ਅਸੀਂ ਜਦੋਂ ਕੁਝ ਐਸੀ ਕਿਸੇ ਸਟੇਟ 'ਚ ਗੱਲ ਹੋਊਗੀ, ਉਹ ਸਟੇਟ ਜਿਹੜੀ ਪੰਜਾਬ ਦੇ ਵਿੱਚ ਕਹਿ ਰਹੇ ਕਿ ਅਸੀਂ ਕਾਨੂੰਨਾਂ ਦੇ ਖਿਲਾਫ ਆ, ਉਹਨਾਂ ਦਾ ਪੰਜਾਬ ਦਾ ਯੂਨਿਟ ਬਿਲਕੁਲ ਉੱਥੇ ਸਪੋਰਟ ਕਰਦਾ ਕਿ ਅਸੀਂ ਇੱਥੇ ਰੱਦ ਕਰ ਰਹੇ ਹਾਂ। ਪਰ ਦਿੱਲੀ ਉਹ ਕਹਿੰਦੇ ਸਾਡੇ ਕਿਸਾਨ ਵੀ ਹੈ, ਅਸੀਂ ਕਿਸਾਨਾਂ ਲਈ ਦਿੱਲੀ 'ਚ ਬਹੁਤ ਕੁਝ ਕੀਤਾ, ਪਰ ਉੱਥੇ ਕੋਈ ਉਹ ਮਤਾ ਨਹੀਂ ਪਾਉਂਦੇ ਵਿਧਾਨ ਸਭਾ ਦੇ ਵਿੱਚ, ਕੋਈ ਉੱਥੇ ਬਲਕਿ ਮਾਨਤਾ ਦੇ ਰਿਹਾ। ਤਾਂ ਦੇਖੋ ਇੰਨੀ ਗੱਲ ਤਾਂ ਹੋਊਗੀ, ਇਹ ਵੀ ਕਿਸਾਨੀ ਇਸ ਯੁੱਧ ਦਾ ਮਦਦ ਹੈ। ਜਦੋਂ ਅਸੀਂ ਠੀਕ ਨੂੰ ਠੀਕ ਕਵਾਂਗੇ, ਗਲਤ ਨੂੰ ਗਲਤ ਕਵਾਂਗੇ, ਇਹ ਕੇਜਰੀਵਾਲ ਕੱਲ ਨੂੰ ਕੈਂਸਲ ਕਰਨ, ਉੱਥੇ ਮਤਾ ਪਾਣ, ਆ ਕੇ ਉੱਥੇ ਬਰਾਬਰ ਬੈਠਣ, ਫਿਰ ਇੱਕ ਮਿਲਦੀ ਹੈ ਸਾਨੂੰ ਸਪੋਰਟ ਇਸ ਸਾਰੀ ਮੁਹਿੰਮ ਨੂੰ। ਫਿਰ ਸਾਨੂੰ ਵੀ ਚਾਹੀਦਾ ਕਿ ਅਕਾਲੀ ਦਲ ਦੇ ਵੀ ਲੀਡਰ, ਕਾਂਗਰਸ ਦੇ ਵੀ ਲੀਡਰ ਬਿਲਕੁਲ ਪਿੱਛੇ ਰਹਿ ਕੇ ਫੋਟੋਆਂ ਖਿਚਵਾਉਣ ਨਾ ਜਾਈਏ ਅਸੀਂ। ਸਾਡੇ ਤੇ ਸੌਰੀ, ਮੈਂ ਮਾਫ ਕਰਿਆ ਜੇ, ਮੈਂ ਕਹਿ ਰਿਹਾ ਸਾਡਾ ਵਿਸ਼ਵਾਸ ਟੁੱਟਿਆ ਹੋਇਆ ਹੈ ਕਿਸਾਨ ਜਥੇਬੰਦੀਆਂ ਨੂੰ, ਆਮ ਲੋਕਾਂ ਨੂੰ, ਕਿਸਾਨਾਂ ਨੂੰ, ਪੋਲੀਟੀਕਲ ਲੀਡਰਾਂ ਦੇ ਪੋਲੀਟੀਕਲ ਪਾਰਟੀਆਂ 'ਚ ਰਾਜਨੀਤੀ ਕਰ ਰਹੇ ਹੈ, ਇਹਦੇ 'ਚ ਵੀ ਕੁਝ ਲੱਭ ਰਿਹਾ ਹੈ। ਉਹ ਦੁਆਰਾ ਸਾਨੂੰ ਵਿਸ਼ਵਾਸ ਬਹਾਲ ਕਰਨ ਦੀ ਲੋੜ ਹੈ। ਉਹ ਤਾਂ ਹੀ ਹੋਊਗਾ ਜੇ ਅਸੀਂ ਉਹਨਾਂ ਦੇ ਝੰਡੇ ਥੱਲੇ ਪਿੱਛੇ ਰਹਿ ਕੇ ਦਿਲੋਂ ਜੋ ਸਾਡੀ ਮਦਦ ਬਣਦੀ ਹੈ, ਅਸੀਂ ਵੱਧ ਤੋਂ ਵੱਧ ਉੱਥੇ ਬਹਿ ਕੇ ਸ਼ਾਮਲ ਹੋਈਏ। ਜੀ ਥੈਂਕ ਯੂ ਦੀਪਾ ਜੀ। ਨਾ ਹੋਵੇ ਕੋਈ ਵਿਖਾਵਾ ਨਾ ਹੋਵੇ। ਥੈਂਕ ਯੂ ਦੀਪਾ ਜੀ, ਤੁਹਾਡੀ ਗੱਲ ਆ ਗਈ। ਗਰਗ ਸਾਹਿਬ, ਤੁਸੀਂ ਆਪਣੀ ਗੱਲ ਕਹਿਣ ਤੋਂ ਪਹਿਲਾਂ ਜੋ ਦੀਪਾ ਜੀ ਨੇ ਕਿਹਾ ਵੀ ਘੱਟੋ ਘੱਟ, ਉਹ ਕਹਿੰਦੇ ਠੀਕ ਹੈ ਕਿ ਕੌਮੀ ਪੱਧਰ ਤੇ ਪਾਰਲੀਮੈਂਟ ਦਾ ਕਾਨੂੰਨ ਹੈ, ਸਭ ਨੂੰ ਪਤਾ ਹੈ, ਪਰ ਜੇ ਨੋਟੀਫਿਕੇਸ਼ਨ ਜਿਹੜੀ ਸਰਕਾਰ ਵੱਲੋਂ ਜਾਰੀ ਨਾ ਕੀਤੀ ਜਾਂਦੀ ਕੇਜਰੀਵਾਲ ਸਰਕਾਰ ਵੱਲੋਂ, ਤਾਂ ਘੱਟੋ ਘੱਟ ਕੇ ਸੁਨੇਹਾ ਤਾਂ ਜਾਣਾ ਸੀ ਕਿ ਅਸੀਂ ਇਸ ਦਾ ਵਿਰੋਧ ਕਰ ਰਹੇ ਹਾਂ, ਬਲਕਿ ਅਸੈਂਬਲੀ 'ਚ ਰੱਦ ਕੀਤੇ ਜਾਂਦੇ। ਸਿੱਧੂ ਸਾਹਿਬ, ਮੈਂ ਤੁਹਾਨੂੰ ਪਹਿਲਾਂ ਹੀ ਆਖਿਆ ਸੀ ਕਿ ਜਿਸ ਤਰੀਕੇ ਨਾਲ ਪਹਿਲੇ ਦਿਨ ਤੋਂ ਆਮ ਆਦਮੀ ਪਾਰਟੀ ਕਿਸਾਨਾਂ ਦੇ ਸੰਘਰਸ਼ ਦੇ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੋਈ ਹੈ, ਬਿਨਾਂ ਝੰਡੇ ਅਤੇ ਬਿਨਾਂ ਡੰਡੇ ਤੋਂ, ਇਹ ਚੀਜ਼ ਜਿਹੜੀ ਗੋਦੀ ਮੀਡੀਆ ਨੂੰ ਤੇ ਸਾਡੇ ਕੁਝ ਵਿਰੋਧੀਆਂ ਨੂੰ, ਜਿਹੜੇ ਕਿ ਇੱਕ ਮਾਊਥਪੀਸ ਦੀ ਤਰ੍ਹਾਂ ਬੀਜੇਪੀ ਦੀ ਗੱਲ ਕਰਦੇ ਨੇ, ਉਹਨਾਂ ਨੂੰ ਇਹ ਚੁੱਭਦੀ ਹੈਗੀ ਹੈ। ਔਰ ਜਦੋਂ ਇਹ ਬਿਲਕੁਲ ਸਾਰੇ ਕਾਨੂੰਨਦਾਨ ਜਿਹੜੇ ਹੈਗੇ ਆ, ਉਹ ਇਹ ਸਮਝਦੇ ਆ। ਤੁਸੀਂ ਮੈਨੂੰ ਦੱਸੋ, ਮੇਰਾ ਤਾਂ ਬਿਲਕੁਲ ਇੱਕ ਸਵਾਲ ਵੀ ਮੈਂ ਤੁਹਾਡੇ ਅੱਗੇ ਰੱਖਿਆ ਸੀ ਕਿ ਜੇਕਰ ਸਪੋਜ਼ ਕਰੋ ਜਦੋਂ ਰਾਸ਼ਟਰਪਤੀ ਸਾਹਿਬ ਨੇ ਉਹਦੇ ਤੇ ਮੋਹਰ ਲਗਾਤੀ, ਜੇਕਰ ਕਿਸੇ ਸੂਬੇ ਦੇ ਹੱਥ ਦੇ ਵਿੱਚ ਇਹ ਹੁੰਦਾ, ਉਸ ਕਾਨੂੰਨ ਨੂੰ ਲਾਗੂ ਨਾ ਕਰਦਾ, ਤਾਂ ਫਿਰ ਉਸ ਦੇ ਵਿੱਚ ਅੱਜ ਪੰਜਾਬ ਦੇ ਕਿਸਾਨ ਕਿਉਂ ਬੈਠੇ ਹੁੰਦੇ? ਕਿਉਂਕਿ ਪੰਜਾਬ ਦੀਆਂ ਤਾਂ ਸਾਰੀਆਂ ਹੀ ਪੋਲੀਟੀਕਲ ਪਾਰਟੀਆਂ ਇਹ ਕਹਿੰਦੀਆਂ ਨੇ ਕਿ ਕਾਨੂੰਨ ਜਿਹੜੇ ਹੈ ਉਹ ਕਿਸਾਨਾਂ ਦੀ ਮੌਤ ਦਾ ਵਾਰੰਟ ਹੈਗੇ ਹੈ। ਦੂਸਰਾ ਇੱਕ ਮੇਰਾ ਹੋਰ ਕੁਐਸਚਨ ਹੈਗਾ, ਅਬੋਹਰ ਦੇ ਵਿੱਚ ਇੱਕ ਹਿਮਾਚਲ ਦੀ ਫਰਮ ਹੈਗੀ ਆ, ਉਹ ਕਿਹਨੂੰ ਖਰੀਦਦੀ ਹੈ, ਉੱਥੇ ਉਹਦਾ ਵਪਾਰ ਕਰਦੀ ਹੈਗੀ ਹੈ। 5 ਜੂਨ 2020 ਨੂੰ ਜਿਹੜੀ ਕਿ ਆਰਡੀਨੈਂਸ ਜਾਰੀ ਹੋਈ ਸੀ, ਤੇ ਜੁਲਾਈ ਮਹੀਨੇ ਦੀ ਗੱਲ ਹੈਗੀ ਹੈ ਕਿ ਅਬੋਹਰ ਦੀ ਜਿਹੜੀ ਮਾਰਕੀਟ ਕਮੇਟੀ ਹੈ, ਉਹਨਾਂ ਨੇ ਉਸ ਫਰਮ ਨੂੰ ਇੱਕ ਨੋਟਿਸ ਦਿੱਤਾ ਕਿ ਤੁਸੀਂ ਇੰਨੇ ਦਾ ਬਿਜ਼ਨਸ ਕੀਤਾ, 2 ਕਰੋੜ ਰੁਪਈਆ ਐਜ ਏ ਮਾਰਕੀਟ ਫੀਸ ਜਮ੍ਹਾਂ ਕਰਾਓ।
ਤਾਂ ਉਸ ਜਿਹੜੀ ਕੰਪਨੀ ਦੇ ਵਕੀਲ ਨੇ ਇੱਕ ਉਸ ਨੋਟਿਸ ਜਾਂ ਇੱਕ ਦੇਤਾ ਮਾਰਕੀਟ ਕਮੇਟੀ ਨੂੰ ਕਿ ਇਹ ਇਸ ਤਰ੍ਹਾਂ ਆਰਡੀਨੈਂਸ ਲਾਗੂ ਹੋ ਚੁੱਕੇ ਹੈਗੇ, ਇਸ ਕਰਕੇ ਉਹਨੇ ਤੁਹਾਡੇ ਅਧਿਕਾਰ ਖੇਤਰ 'ਚ ਨਹੀਂ ਆਉਂਦਾ, ਔਰ ਪੰਜਾਬ ਸਰਕਾਰ ਨੇ ਆਲਰੇਡੀ ਮੰਨ ਲਿਆ। ਤੇ ਹੁਣ ਮੈਨੂੰ ਕੀ ਆਖਾਂ ਕਿ ਇਹ ਕੈਪਟਨ ਸਾਹਿਬ ਨੇ ਮੰਨਿਆ ਹੈਗਾ, ਕਿਉਂਕਿ ਉਹ ਕਾਨੂੰਨ ਜਿਹੜੇ ਹੈਗੇ ਆਲਰੇਡੀ ਲਾਗੂ ਹੋ ਗਏ। ਦੂਜੀ ਗੱਲ ਰਹੀ ਗੱਲ ਦੀਪਾ ਜੀ ਦੀ, ਮੈਂ ਅੱਜ ਦੇ ਇਸ ਮੌਕੇ ਤੇ ਮੈਂ ਸਵੈ ਸਾਹਿਬ ਨਾਲ ਬਿਲਕੁਲ ਸਹਿਮਤ ਹਾਂ 200% ਕਿ ਇੱਥੇ ਕੋਈ ਰਾਜਨੀਤੀ ਨਹੀਂ ਕਰਨਾ ਚਾਹੁੰਦਾ ਸੀ, ਪਰ ਦੀਪਾ ਸਾਹਿਬ ਥੋੜਾ ਜਿਹਾ ਇੱਕ ਤਾਂ ਦੇਖੋ 9 ਦੇ ਚੂਹੇ ਖਾ ਕੇ ਬਿੱਲੀ ਛੱਜ ਨੂੰ ਚੱਲੀ, ਤੁਸੀਂ ਇਹਨੇ ਆਰਡੀਨੈਂਸਾਂ ਦੇ ਉੱਤੇ ਸਾਈਨ ਕੀਤੇ, 14 ਸਤੰਬਰ ਤੱਕ ਤੁਸੀਂ ਇਹਦੇ ਗੁਣਗਾਨ ਗਾਉਂਦੇ ਰਹੇ, ਸੋਲੇ ਗਾਉਂਦੇ ਰਹੇ, ਕਦੇ ਵੱਡੇ ਬਾਦਲ ਸਾਹਿਬ ਆ ਕੇ, ਕਦੇ ਸੁਖਬੀਰ ਬਾਦਲ ਜੀ, ਕਦੇ ਬੀਬਾ ਹਰਸਿਮਰਤ ਜੀ, ਈਵਨ ਜਦੋਂ ਤੁਸੀਂ ਉਹਨਾਂ ਤੋਂ ਸਮਰਥਨ ਵਾਪਸ ਲੈ ਲਿਆ ਬੀਜੇਪੀ ਤੋਂ, ਉਸ ਤੋਂ ਬਾਅਦ ਇੱਕ ਇੰਟਰਵਿਊ ਦੇ ਵਿੱਚ ਬੀਬੀ ਹਰਸਿਮਰਤ ਕੌਰ ਬਾਦਲ ਕਹਿੰਦੇ ਆ ਕਿ ਮੈਂ ਬਿੱਲਾਂ ਦਾ ਵਿਰੋਧ ਨਹੀਂ ਕਰਦੀ, ਮੈਂ ਬਿੱਲਾਂ ਨੂੰ ਜਾਨੀ ਕਿ ਕਿਸਾਨਾਂ ਦੇ ਖਿਲਾਫ ਨਹੀਂ ਗਲਤ ਬਿਆਨ ਨਾ ਕਰੋ, ਗਲਤ ਨਹੀਂ ਜੀ, ਗਲਤ ਬਿਆਨ ਰਿਕਾਰਡ ਹੈਗਾ ਕਿਸੇ ਵੇਲੇ ਨਹੀਂ ਕਿ ਅਸੀਂ ਬਿੱਲਾਂ ਦਾ ਸਪੋਰਟ ਕਰਦੇ ਆ ਨਾ ਸਰ, ਬਿਲਕੁਲ ਇਹ ਵਿੱਚ ਨਾ ਬੋਲੋ ਸਰ ਪਲੀਜ਼, ਤੁਸੀਂ ਮੈਂ ਕਹਿ ਲੈਣਾ ਸਰ ਜੀ ਦੀਪਾ ਜੀ ਆ ਭਾਜੀ ਤੁਸੀਂ ਜੋ ਮਰਜ਼ੀ ਕਹਿ ਲੈ ਦੀਪਾ ਜੀ, ਤੁਸੀਂ ਜਿਹੜਾ ਕਿਹਾ ਤੁਸੀਂ ਜੋ ਕਹਿ ਲੈਣਾ ਤੋਂ ਬਾਅਦ ਸਪੋਰਟ ਕੀਤੀ ਆ, ਇਹ ਤੁਸੀਂ ਆਪਦੇ ਗਲਤ ਬਿਆਨਬਾਜ਼ੀ ਕਰ ਰਹੇ ਹੋ। ਕੋਈ ਗਲਤ ਨਹੀਂ ਹੈ, ਔਨ ਰਿਕਾਰਡ ਹੈਗਾ। ਹਾਂ ਤੇ ਮੈਨੂੰ ਕਹਿ ਲੈ ਤੁਸੀਂ ਕਹਿ ਲੈਣਾ, ਕੋਈ ਗੱਲ ਨਹੀਂ, ਮੈਂ ਤੁਹਾਡੇ ਬੋਲਦਾ, ਤੁਸੀਂ ਪਲੀਜ਼ ਮੈਨੂੰ ਗੱਲ ਕਰ ਲੈਂਦੇ, ਤੁਹਾਡੀ ਵਾਰੀ ਆਏਗੀ। ਜੀ ਜੀ ਗਰਗ ਸਾਹਿਬ ਆਪਣੀ ਗੱਲ ਮੁਕੰਮਲ ਕਰੋ। ਸੱਚਾਈ ਤੋਂ ਨਾ ਮੁਨਕਰ ਨਹੀਂ ਹੋ ਸਕਦੇ। ਸੋ ਮੇਰਾ ਕਹਿਣ ਦਾ ਮਤਲਬ ਇਹ ਹੈਗਾ ਕਿ ਅੱਜ ਵੀ ਇਹ ਕਿਤੇ ਨਾ ਕਿਤੇ ਜਿਹੜਾ ਹੈਗਾ ਮੋਦੀ ਦਾ ਹੀ ਜਾਨੀ ਕਿ ਪੱਖ ਪੂਰਦੇ ਜਦੋਂ ਆਪਾਂ ਇਹੋ ਜਿਹੀਆਂ ਗੱਲਾਂ ਕਰਦੇ ਆ, ਕਿਉਂਕਿ ਅਸੀਂ ਚਾਹੇ ਜੰਤਰ ਮੰਤਰ ਜਾਣਾ ਨਹੀਂ ਪੂਰੇ ਹਿੰਦੁਸਤਾਨ 'ਚ ਜੇਕਰ ਕਿਸੇ ਮੁੱਖ ਮੰਤਰੀ ਨੇ ਧਰਨਾ ਲਾਇਆ ਤਾਂ ਉਹ ਜਿਹੜਾ ਕੇਜਰੀਵਾਲ ਸਾਹਿਬ ਸੀ, ਜੇਕਰ ਅਸੀਂ ਪੀਐਮ ਆਫਿਸ ਦੇ ਘਰ ਦੇ ਬਾਹਰ ਧਰਨਾ ਲਾਇਆ ਤਾਂ ਉਹ ਆਮ ਆਦਮੀ ਪਾਰਟੀ ਸੀ। ਨਹੀਂ ਜੀ ਥੈਂਕ ਯੂ ਪਾਰਟੀ ਕਰ ਰਹੀ ਹੈ, ਚਾਹੇ ਤਾਂ ਉਹ ਆਮ ਆਦਮੀ ਪਾਰਟੀ ਕਰ ਰਹੀ ਹੈ। ਜੀ ਦੀਪਾ ਜੀ ਦੇ ਖਿਲਾਫ ਕਿਵੇਂ ਹੋ ਸਕਦੀ ਹੈ ਭਾਜੀ? ਇਹੋ ਜਿਹੀਆਂ ਨਾ ਬੇਸਲੈਸ ਗੱਲਾਂ ਨਾ ਕਰੋ, ਇਹ ਸ਼ੋਭਾ ਨਹੀਂ ਆਉਂਦਾ। ਦੀਪਾ ਜੀ ਸਿਆਣੇ ਲੀਡਰ ਦੀਪਾ ਜੀ ਨੂੰ ਮੌਕਾ ਦੇਈਏ ਆਪਾਂ ਗਰਗ ਸਾਹਿਬ। ਦੀਪਾ ਜੀ ਅੱਜ ਇੰਡੀਅਨ ਐਕਸਪ੍ਰੈਸ ਪੜੋ ਨੀਲ ਜੀ, ਜੇ ਅਸੀਂ ਮੈਂ ਗਲਤ ਹੋ ਸਕਦਾ, ਤੁਸੀਂ ਇੰਡੀਅਨ ਐਕਸਪ੍ਰੈਸ ਤੇ ਕੋਈ ਧਾਵਾ ਬੋਲੋ, ਦਾਵਾ ਕਰੋ ਉਹਨਾਂ ਤੇ, ਗਲਤ ਉਹਨਾਂ ਦੇ ਕੇਸ ਕਰੋ। ਇੰਡੀਅਨ ਐਕਸਪ੍ਰੈਸ ਦੀ ਨਿਊਜ਼ ਹੈ ਕਿ 23 ਨਵੰਬਰ ਨੂੰ ਤੁਸੀਂ ਇਹਨਾਂ ਦੀ ਇੱਕ ਬਿੱਲ ਨੂੰ ਪ੍ਰਵਾਨਗੀ ਦੇਤੀ ਹੈ, ਦਿੱਲੀ ਸਰਕਾਰ ਨੇ ਮੰਨ ਲਿਆ। ਅਸੀਂ ਤਾਂ ਉਹੀ ਗੱਲ ਕਰ ਰਹੇ ਹਾਂ, ਇੱਥੇ ਤੁਸੀਂ ਵਿਰੋਧ ਕਰ ਰਹੇ ਹੋ। ਜਾਂ ਤਾਂ ਕਹੋ ਨਾ ਜੀ ਉਹ ਬਿੱਲ ਠੀਕ ਹੈ, 3 ਨਹੀਂ ਠੀਕ, 1 ਠੀਕ ਹੈ, ਕੁਛ ਤਾਂ ਗੱਲ ਕਰੋ। ਕੱਲ ਨੂੰ ਹੋ ਸਕਦਾ ਦੋਵੇਂ ਮੰਨ ਕੇ ਉੱਥੇ ਸਾਰੀਆਂ ਉਵੇਂ ਫੈਸਿਲਿਟੀਜ਼ ਕਰ ਦੋ ਜੋ ਸੈਂਟਰ ਚਾਹੁੰਦੀ ਹੈ। ਇਹ ਆਪਾਂ ਨੂੰ ਪਤਾ ਹੈ ਕਿ ਕੇਜਰੀਵਾਲ ਪਿਛਲੇ ਇਸ ਇਲੈਕਸ਼ਨ ਤੋਂ ਬਾਅਦ ਬਿਲਕੁਲ ਸੈਂਟਰ ਨਾਲ ਭਾਵੇਂ ਕਿ ਪੋਲੀਟੀਕਲ ਵਜ੍ਹਾ ਮੋਦੀ ਸਾਹਿਬ ਨਾਲ ਰਲ ਮਿਲ ਕੇ ਚੱਲ ਰਿਹਾ, ਕੋਈ ਉਹਨਾਂ ਨੂੰ ਉਹ ਬਿਲਕੁਲ ਇੱਕ ਦੂਜੇ ਨੂੰ ਤਕਲੀਫ ਨਹੀਂ ਦੇ ਰਹੇ। ਠੀਕ ਹੈ, ਇੱਕ ਦੂਜੇ ਤੇ ਇਲਜ਼ਾਮ ਲਾਉਣ ਦਾ ਵਕਤ ਨਹੀਂ ਹੈ, ਪਰ ਇਹ ਸੱਚਾਈ ਹੈ। ਜੀ ਦੀਪਾ ਜੀ ਤੁਹਾਡਾ ਵਿਊ ਪੁਆਇੰਟ ਆ ਗਿਆ। ਗਰਗ ਸਾਹਿਬ ਸੰਖੇਪ ਦੇ ਵਿੱਚ ਆਪਣੇ ਕੋਲ ਸਮਾਂ ਵੀ ਨਹੀਂ ਜੋ ਇਹਨਾਂ ਨੇ ਕਿਹਾ, ਤੁਸੀਂ ਇਹਦੇ ਤੇ ਜ਼ਰੂਰ ਕਮੈਂਟਸ ਦੇਣੇ ਚਾਹੋਗੇ, ਪਰ ਸੰਖੇਪ ਚ ਮੈਂ ਇੱਕੋ ਹੀ ਗੱਲ ਕਹਿਣੀ ਚਾਹੁੰਦਾ ਕਿ ਅਸੀਂ ਇਸ ਅੰਦੋਲਨ ਨੂੰ ਸਫਲ ਹੁੰਦਾ ਵੇਖਣਾ ਚਾਹੁੰਦੇ ਆ, ਔਰ ਆਮ ਆਦਮੀ ਪਾਰਟੀ ਦਾ ਹਰ ਇੱਕ ਵਰਕਰ, ਹਰ ਇੱਕ ਲੀਡਰ ਜਿਹੜਾ ਹੈਗਾ ਪੂਰੀ ਤਰੀਕੇ ਨਾਲ ਕਿਸਾਨਾਂ ਦੇ ਨਾਲ ਨੇ ਮੋਢੇ ਨਾਲ ਮੋਢਾ ਜੋੜ ਕੇ ਖੜਿਆ ਹੋਇਆ, ਬਿਨਾਂ ਝੰਡੇ ਅਤੇ ਬਿਨਾਂ ਡੰਡੇ ਤੋਂ, ਔਰ ਬਿਨਾਂ ਕਿਸੇ ਰਾਜਨੀਤਿਕ ਫਾਇਦੇ ਨਾਲ ਨੁਕਸਾਨ ਤੋਂ ਅਸੀਂ ਕਿਸਾਨਾਂ ਦੇ ਨਾਲ। ਜੀ ਜੀ ਥੈਂਕ ਯੂ ਵੈਰੀ ਮਚ। ਲਾਸਟ ਕਮੈਂਟ ਸੋਇਆ ਸਾਹਿਬ, ਜਿਸ ਤਰ੍ਹਾਂ ਦੀ ਸਥਿਤੀ ਬਣੀ ਹੈ ਉਸ ਸਥਿਤੀ ਦੇ ਵਿੱਚ ਲੱਗਦਾ ਕਿ ਲੰਬੀ ਲੜਾਈ ਲੜਨੀ ਪੈਂਦੀ ਹੈ, ਤਾਂ ਪੰਜਾਬੀਆਂ ਦਾ ਮੂਡ ਹੈ ਲੰਬੀ ਲੜਾਈ ਲੜਨਗੇ ਹੌਸਲੇ ਨਾਲ। ਜੀ ਕਿਵੇਂ ਦੇਖਦੇ ਹੋ? ਦੇਖੋ ਪੰਜਾਬੀਆਂ ਦਾ ਮੂਡ ਤੇ ਹੌਸਲਾ ਤਾਂ ਸਾਨੂੰ ਜਿਹੜੀਆਂ ਦਿੱਲੀ ਤੋਂ ਖਬਰਾਂ ਆ ਰਹੀਆਂ, ਟੀਵੀ ਚੈਨਲਾਂ ਤੇ ਆ ਰਹੀਆਂ ਨੇ, ਕਿੰਨੀਆਂ ਸੋਸ਼ਲ ਮੀਡੀਆ ਤੇ ਵੀ ਆ ਰਹੀਆਂ, ਉਹਨਾਂ ਦਾ ਹੌਸਲਾ ਤਾਂ ਬੁਲੰਦ ਆ ਜੀ, ਉਹ ਤਾਂ ਡਰਦੇ ਤਾਂ ਹੈ ਨਹੀਂ। ਬਹੁਤ ਲੇਟ ਮੋਦੀ ਸਰਕਾਰ ਜਿੰਨੀਆਂ ਮਰਜ਼ੀਆਂ ਧਮਕੀ ਦੇਵੇ, ਜਿੰਨੀਆਂ ਮਰਜ਼ੀਆਂ ਚਾਲਾਂ ਚੱਲੇ, ਕੋਈ ਡਰ ਭੈ ਤਾਂ ਉਹਨਾਂ ਦੇ ਮਨ 'ਚ ਹੈ ਨਹੀਂ। ਤੇ ਉਹਨਾਂ ਦੇ ਮਨ ਦੇ ਵਿੱਚ ਇੱਕ ਬਹੁਤ ਵੱਡਾ, ਤੁਸੀਂ ਦੇਖਿਆ ਹੋਵੇਗਾ, ਜੋ ਇੱਕ ਬਹੁਤ ਵੱਡੀ ਗੱਲ ਹੈਗੀ ਹੈ ਸੰਘਰਸ਼ ਨੂੰ ਜਿਹੜਾ ਕਾਮਯਾਬ ਕਰਨ ਵਾਸਤੇ, ਕਿ ਉਹਨਾਂ ਨੂੰ ਕੋਈ ਵੀ ਕਿਸੇ ਕਿਸਮ ਦੀ 1% ਵੀ ਕੋਈ ਗਲਤ ਗੱਲ ਹੁੰਦੀ ਹੈ, ਇੱਕਦਮ ਉਸ ਨੂੰ ਰੋਕਦੇ ਨੇ, ਬਚਾਉਂਦੇ ਨੇ। ਕਿ ਜੋ ਮੋਦੀ ਸਰਕਾਰ ਦੀ ਚਾਲ ਹੈਗੀ ਹੈ ਕਿ ਇਹਨਾਂ ਨੂੰ ਖਾਲਿਸਤਾਨੀ ਗਰਦਾਨ ਦਿਓ, ਇਹਨਾਂ ਨੂੰ ਆਤੰਕਵਾਦੀ ਗਰਦਾਨ ਦਿਓ, ਇਹਨਾਂ ਨੂੰ ਆਹ ਕਰ ਦਿਓ, ਇਹਨਾਂ ਨੂੰ ਆਹ ਕਰ ਦਿਓ, ਤੁਫਾੜ ਪੈਦਾ ਕਰ ਦਿਓ, ਉਸ ਤੋਂ ਬਚ ਰਹੇ ਨੇ ਬਹੁਤ ਵਧੀਆ ਢੰਗ ਨਾਲ ਹੁਣ ਤੱਕ ਬਚੇ ਹੋਏ ਨੇ। ਤੇ ਅਸੀਂ ਉਮੀਦ ਕਰਦੇ ਹਾਂ ਕਿ ਸਾਡੇ ਆਹ ਜਿਹੜੇ ਨਵੇਂ ਲੀਡਰ ਕਾਂਗਰਸ ਜਿਹੜੇ ਇਹ ਕਿਸਾਨ ਭਰਾ ਨੇ, ਤੇ ਅਗਰ ਅਸੀਂ ਪੋਲੀਟੀਕਲ ਪਾਰਟੀ, ਮੈਂ ਤਾਂ ਬੇਨਤੀ ਕਰ ਰਿਹਾ ਨਾ ਕਿ ਆਪਾਂ ਸਾਰੇ ਸਪੋਰਟ ਕਰੀਏ, ਉਹਨਾਂ ਦੀ ਮਦਦ ਕਰੀਏ, ਪਿੱਛੇ ਖੜੀਏ ਡਟ ਕੇ। ਤੇ ਆਪਾਂ ਅਰਦਾਸ ਵੀ ਅਸੀਂ ਕਰਦੇ ਹਾਂ ਕਿ ਉਹ ਸਾਡੇ ਭਰਾ ਜਿਹੜੇ ਸਫਲ ਹੋਣ, ਪੰਜਾਬ ਸਫਲ ਹੋਵੇ, ਪੰਜਾਬ ਜਿੱਤੇ।
ਥੈਂਕ ਯੂ ਵੈਰੀ ਮਚ, ਵੀਰ ਥੈਂਕ ਯੂ ਵੈਰੀ ਮਚ। ਸਿੱਪਾ ਜੀ, ਮੈਂ ਆਓ ਆਪਾਂ ਆਪਣੀ ਪਾਰਟੀ ਨੂੰ, ਆਪਾਂ ਲੀਡਰਾਂ ਨੂੰ ਬੇਨਤੀ ਕਰੀਏ ਕਿ ਆਪਾਂ 2022 ਦੂਰ ਆ ਜੇ ਬਹੁਤ, ਥੈਂਕ ਯੂ, ਖਿੱਚ ਲਾਂਗੇ ਇੱਕ ਥੈਂਕ ਯੂ ਦੂਜੇ ਵੈਰੀ ਦੀਆਂ, ਮਚ, ਕੋਈ ਥੈਂਕ ਗੱਲ ਯੂ ਨਹੀਂ। ਸਮਾਜ ਆਜ ਦੇ ਰਿਹਾ। ਹਾਂਜੀ ਜੀ ਜੀ, ਆਪਾਂ ਇਸ ਸਮੇਂ ਮਦਦ ਥੈਂਕ ਯੂ ਕਰੀਏ। ਸਰ, ਮਿਹਰਬਾਨੀ, ਤੁਹਾਡਾ ਬਿਲਕੁਲ ਬਿਲਕੁਲ ਆ ਗਿਆ ਸਰ, ਥੈਂਕ ਯੂ ਵੈਰੀ ਮਚ, ਬਹੁਤ ਮਿਹਰਬਾਨੀ। ਕੇਂਦਰੀ ਮੰਤਰੀ ਅਤੇ ਦੇਸ਼ ਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਵਿਚਕਾਰ ਜਿਹੜੀ ਮੀਟਿੰਗ ਬੇਸਿੱਟਾ ਰਹੀ ਹੈ ਨਵੇਂ ਖੇਤੀ ਕਾਨੂੰਨਾਂ ਦੇ ਮੁੱਦੇ ਤੇ, ਉਸਨੇ ਕੇਂਦਰ ਦੀ ਨੀਤੀ ਤੇ ਬਹੁਤ ਵੱਡੇ ਸਵਾਲ ਖੜੇ ਕਰ ਦਿੱਤੇ ਹੈ। ਖਾਸ ਤੌਰ ਤੇ ਉਸ ਵੇਲੇ ਜਦੋਂ ਪੰਜਾਬ ਸਮੇਤ ਦੇਸ਼ ਦੇ ਲੱਖਾਂ ਕਿਸਾਨ ਦਿੱਲੀ ਦੀਆਂ ਸਰਹੱਦਾਂ ਤੇ ਜਾਣਕਾਰੀ ਲੈਣ ਲਈ ਬੈਠੇ ਹੈ ਕਿ ਨਵੇਂ ਖੇਤੀ ਕਾਨੂੰਨ ਰੱਦ ਕੀਤੇ ਜਾਣ, ਕਿਸਾਨਾਂ ਦੀ ਮੌਤ ਦੇ ਵਾਰੰਟ ਹੈ। ਦੂਜੇ ਪਾਸੇ ਭਾਜਪਾ ਇਸ ਗੱਲ ਦੇ ਉੱਤੇ ਅੜਿੱਗ ਹੈ, ਕਾਇਮ ਹੈ ਕਿ ਨਵੇਂ ਖੇਤੀ ਕਾਨੂੰਨ ਕਿਸਾਨਾਂ ਦੀ ਖੁਸ਼ਹਾਲੀ ਲਈ ਹੈ। ਇੱਕ ਨਵਾਂ ਚੈਪਟਰ ਜਿਹੜਾ ਹੈਗਾ ਕਿਸਾਨੀ ਅੰਦੋਲਨ ਦਾ ਅੱਜ ਦੇ ਵਿੱਚ ਐਡ ਹੋਣ ਲੱਗਿਆ, ਜਿੱਦਾਂ ਸਾਡੇ ਮਹਿਮਾਨਾਂ ਦੀ ਮੁੱਦਿਆਂ ਤੇ ਵੱਖੋ ਵੱਖਰੀ ਰਾਏ ਹੋ ਸਕਦੀ ਹੈ, ਉਹਨਾਂ ਦੀ ਇਸ ਗੱਲ ਦੇ ਉੱਤੇ ਸਹਿਮਤੀ ਹੈ ਕਿ ਜਿਸ ਤਰੀਕੇ ਨਾਲ ਕੇਂਦਰ ਵੱਲੋਂ ਚੁਣੌਤੀ ਸੁੱਟੀ ਗਈ ਹੈ, ਸਮੁੱਚੇ ਪੰਜਾਬ ਨੂੰ ਇਕੱਠੇ ਹੋ ਕੇ ਇਸ ਚੁਣੌਤੀ ਦਾ ਜਵਾਬ ਦੇਣ ਦੀ ਟੱਕ ਰੱਖਣ ਦੀ ਜ਼ਰੂਰਤ ਹੈ। ਇਹਨਾਂ ਮੁੱਦਿਆਂ ਤੇ ਆਉਣ ਦੇ ਲਈ ਇੱਕ ਵਾਰ ਮੈਂ ਮੁੜ ਤੁਹਾਡੇ ਸਾਰਿਆਂ ਵੱਲੋਂ ਆਪਣੇ ਤਿੰਨਾਂ ਮਹਿਮਾਨਾਂ ਦਾ ਧੰਨਵਾਦੀ ਹਾਂ ਤੇ ਇਸ ਦੇ ਨਾਲ ਹੀ ਤੁਹਾਡੇ ਕੋਲੋਂ ਵੀ ਲਵਾਂਗਾ ਇਜਾਜ਼ਤ। ਸਤਿ ਸ੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।